जो तुम करो सोई पल मानै, भावन दुबदा दूर टरो। नानक के प्रभ तुम ही दाते, संत संग ले मोहे उदरो। साहिब कमाल वालिए कुल आलम, चबर छतर तथा वक्त ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਪਵਿੱਤਰ ਮੁਬਾਰਕ ਮੁਕੱਦਸ ਗੋਦ ਵਿੱਚ ਸੁਭਾਈਮਾਨ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ। ਸਵਾਸਾਂ ਨੂੰ ਸਫਲ ਕਰ ਰਹੇ ਹਾਂ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਪਿਆਰ ਤੇ ਸਤਿਕਾਰ ਨਾਲ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮ ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮੁਖਾਰ ਬਿੰਦ ਤੋਂ ਉਚਾਰਨ ਹੋਇਆ 829 ਅੰਗ ਉੱਪਰ ਸੁਭਾਈਮਾਨ ਹੈ। ਰਹਾਉ ਦੀਆਂ ਪੰਕਤੀਆਂ ਨੇ। ਬਿਨ ਭੈ ਭਗਤੀ ਤਰਨ ਕੈਸੇ, ਕਰੋ ਅਨੁਗ੍ਰਹ ਪਤਤ ਉਦਾਹਰਨ। ਰਾਖ ਸੁਆਮੀ ਆਪ ਭਰੋਸੇ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਹੇ ਭਾਈ, ਉਹ ਸੱਚੇ ਮਾਲਕ ਪਰਮਾਤਮਾ ਜੀ ਦਾ ਡਰ ਅਦਬ ਮਨ ਦੇ ਵਿੱਚ ਰੱਖਣ ਤੋਂ ਬਿਨਾਂ, ਉਹ ਸੱਚੇ ਮਾਲਕ ਪਰਮਾਤਮਾ ਜੀ ਨੂੰ ਚੇਤਾ ਕਰਨ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ, ਇਸ ਸੰਸਾਰ ਸਮੁੰਦਰ ਤੋਂ ਤਰਿਆ ਨਹੀਂ ਜਾ ਸਕਦਾ। ਤਰਨ ਕੈਸੇ, ਕੈਸੇ ਦਾ ਅਰਥ ਹੈ ਸਵਾਲ, ਕੁਐਸਚਨ ਮਾਰਕ, ਵੀ ਕਿਵੇਂ ਲੰਘੀਏ ਪਾਰ। ਕਹਿੰਦੇ ਪਾਰ ਉਤਾਰਾ ਨਹੀਂ ਹੋ ਸਕਦਾ। ਤੇ ਹੁਣ ਇਹ ਸਤਿਗੁਰੂ ਦਾਤਾ ਜੀ, ਇਹ ਪਾਰ ਉਤਾਰਾ ਜਿਹੜਾ ਹੋ ਕਿਉਂ ਨਹੀਂ ਸਕਦਾ? ਤੇਰੇ ਭੈ ਭਰਮ ਦੇ ਵਿੱਚ ਰਹਿੰਦੇ ਆ, ਤੇਰੇ ਭੈ ਭਗਤੀ ਦੇ ਵਿੱਚ ਰਹਿੰਦੇ ਤੋਂ ਬਿਨਾਂ ਕਿਉਂ ਨਹੀਂ ਹੋ ਸਕਦਾ? ਅੱਗੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਇਹ ਮਨੁੱਖ ਦੀ ਹਾਲਤ ਹੈ, ਦਸ਼ਾ ਏ, ਕਿ ਉਸ ਦਾ ਜਿਹੜਾ ਮਨ ਹੈ ਉਹ ਪਤਿਤ ਹੈ। ਪਤਿਤ ਦਾ ਅਰਥ ਹੈ ਗੁਨਾਹਗਾਰ ਹੈ। ਪਤਿਤ ਦਾ ਅਰਥ ਹੈ ਰਹਿਤ ਮਰਿਆਦਾ ਦੇ ਮੁਤਾਬਕ, ਕਿ ਜੋ ਮਨੁੱਖ 4 ਵਜਰ ਕੁਰੇਤਾਂ ਕਰ ਲੈਂਦਾ ਉਹਨੂੰ ਪਤਿਤ ਗਿਣਿਆ ਜਾਂਦਾ। ਇੱਕ ਲਫ਼ਜ਼ ਹੈ ਪਾਵਨ, ਇੱਕ ਹੈ ਪਤਿਤ। ਪਤਿਤ ਦਾ ਅਰਥ ਹੈ ਗੁਨਾਹਗਾਰ, ਪਾਵਨ ਦਾ ਅਰਥ ਹੈ ਪਵਿੱਤਰ। ਹੁਣ 4 ਵਜਰ ਕੁਰੈਤਾਂ ਦੇ ਵਿੱਚੋਂ ਜਿਹੜਾ ਕੋਈ ਵੀ ਵਜਰ ਕੁਰੈਤ ਕਰ ਲੈਂਦਾ, ਉਹ ਸਿੱਖੀ ਦੇ ਵਿੱਚ ਪਤਿਤ ਗਿਣਿਆ ਜਾਂਦਾ। ਉਹਨੂੰ ਫੇਰ ਦੁਬਾਰਾ 5 ਪਿਆਰਿਆਂ ਦੇ ਕੋਲ ਪੇਸ਼ ਹੋ ਕੇ ਆਪਣਾ ਗੁਨਾਹ ਗੁਰੂ ਅੱਗੇ ਕਬੂਲ ਕਰਕੇ, ਫਿਰ ਉਸ ਨੂੰ ਬਾਅਦ ਵਿੱਚ ਤਨਖਾਹੀਆ ਕਰਾਰ ਕਰਕੇ ਫਿਰ ਉਸ ਨੂੰ ਵਾਪਸ ਪੰਥ ਦੇ ਵਿੱਚ ਲਿਆ ਜਾਂਦਾ। ਨਹੀਂ, ਉਹਨਾਂ ਚਿਰ ਜਿਹੜਾ ਤਨਖਾਹੀਆ ਹੈ ਉਹਦੀ ਜਿਹੜੀ ਅਰਦਾਸ ਹੈ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਪ੍ਰਵਾਨ ਨਹੀਂ ਹੁੰਦੀ। ਹੁਣ 4 ਵਜਰ ਕੁਰੈਤਾਂ ਵਿੱਚੋਂ ਕੇਸਾਂ ਨੂੰ ਕਤਲ ਕਰਨਾ, ਕੇਸ ਕੱਟਣੇ ਜਾਂ ਕਟਵਾਉਣੇ। ਦੂਜਾ ਤੰਬਾਕੂ ਵਰਤਣਾ। ਤੀਜਾ ਹੈ ਪੁੱਠਾ ਮਾਸ ਖਾਣਾ।
ਚੌਥੀ ਵਜਰ ਕਰੈ ਤੈ ਪਰ ਇਸਤਰੀ ਪਰ ਪੁਰਸ਼ ਦਾ ਗਾਮੀ ਹੋਣਾ, ਭਾਵ ਕਿ ਆਪਣੀ ਪਤਨੀ ਤੋਂ ਬਿਨਾਂ ਜਾਂ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਇਸਤਰੀ ਜਾਂ ਪੁਰਸ਼ ਦੇ ਵਿੱਚ ਕਾਮ ਵਾਸ਼ਨਾ ਦੇ ਵਿੱਚ ਆ ਕੇ ਉਸ ਦਾ ਸੰਗ ਕਰਨਾ, ਇਸ ਨੂੰ 4 ਵਜਰ ਕੁਰੇਤਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਹੁਣ ਇਹਨਾਂ ਵਿੱਚੋਂ ਕੋਈ ਇੱਕ ਵੀ ਕਰ ਲਵੇ ਉਹ ਪਤਿਤ ਹੈ, ਇੱਕ ਕਰ ਲਵੇ, ਕੋਈ ਚਾਰੇ ਕਰ ਲਵੇ ਉਹ ਪਤਿਤ ਹੈ। ਹੁਣ ਇੱਥੇ ਸਮਝਣ ਦੀ ਕੋਸ਼ਿਸ਼ ਇਹ ਕਰਨੀ ਹੈ ਵੀ ਗੁਰੂ ਪਾਤਸ਼ਾਹ ਜੀ ਨੇ ਵੀ ਇੱਥੇ ਜਿਹੜਾ ਸਾਨੂੰ ਮਰਿਆਦਾ ਦੇ ਵਿੱਚ ਜਾਂ ਰਹਿਤ ਦੇ ਵਿੱਚ ਬਖਸ਼ਿਸ਼ ਕੀਤੇ ਆ ਬਚਨ, ਉਹਦੇ ਵਿੱਚ ਤੰਬਾਕੂ ਨੂੰ ਸ਼ਾਮਲ ਕੀਤਾ ਜਾਣਾ, ਇਹਦਾ ਅਰਥ ਹੈ ਭਾਵ ਕਿ ਤੰਬਾਕੂ ਬਿਲਕੁਲ ਸਸਤੇ ਤੋਂ ਸਸਤਾ ਨਸ਼ਾ ਹੈ। ਵੀ ਜਦੋਂ ਇਹ ਤੰਬਾਕੂ ਵਰਗਾ ਨਸ਼ਾ ਨਹੀਂ ਵਰਤਣਾ, ਉਸ ਤੋਂ ਵੱਡਾ ਨਸ਼ਾ ਤਾਂ ਵਰਤਣਾ ਹੀ ਕੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਨਸ਼ਿਆਂ ਦੇ ਉੱਤੇ ਠੱਲ ਪਾਉਣ ਦਾ ਯਤਨ ਕੀਤਾ। ਅੱਜ ਕੱਲ੍ਹ ਤਾਂ ਨਸ਼ਿਆਂ ਦੀਆਂ ਸ਼ਕਲਾਂ ਸੂਰਤਾਂ ਵੀ ਬਦਲ ਗਈਆਂ, ਸਿੰਥੈਟਿਕ ਨਸ਼ੇ ਆ ਗਏ, ਜਿਹੜੀ ਨਾੜ ਦੇ ਵਿੱਚ ਲੱਗਦੇ ਉਹ ਨਾੜ ਬਿਲਕੁਲ ਸੁੱਕ ਜਾਂਦੀ ਹੈ। ਕਿੰਨੇ ਹੀ ਟੀਕੇ ਲੱਗ ਲੱਗ ਕੇ ਮਰੇ ਨੇ ਮਾਵਾਂ ਦੇ ਪੁੱਤ, ਕਿੰਨੀਆਂ ਹੀ ਭੈਣਾਂ ਦੇ ਭਰਾ ਚਲੇ ਗਏ, ਕਿੰਨੀਆਂ ਹੀ ਘਰ ਵਾਲੀਆਂ ਦੇ ਪਤੀ ਚਲੇ ਗਏ, ਕਿੰਨੇ ਹੀ ਬੱਚਿਆਂ ਦੇ ਬਾਪ ਚਲੇ ਗਏ, ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਗਏ। ਆਮ ਕਰਕੇ ਇਹਨੂੰ 5 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ। 5 ਆਬ, ਪੰਜਾਬ ਦਾ ਅਰਥ ਹੈ 5 ਆਬ, 5 ਦਰਿਆਵਾਂ ਦੀ ਧਰਤੀ। ਪਰ ਪਿਛਲੇ ਸਮੇਂ ਦੇ ਵਿੱਚ ਵਿਦਵਾਨਾਂ ਨੂੰ ਇਹ ਲਿਖਣਾ ਪਿਆ ਵੀ ਇਹ 5 ਦਰਿਆਵਾਂ ਦੀ ਧਰਤੀ ਨੂੰ ਕਲੰਕਿਤ ਕਰਨ ਦੇ ਲਈ 6ਵਾਂ ਦਰਿਆ ਨਸ਼ਿਆਂ ਦਾ ਵਗਾਇਆ ਗਿਆ। 6ਵਾਂ ਦਰਿਆ ਜਿਹੜਾ ਉਹ ਨਸ਼ਿਆਂ ਦਾ ਚਲਾਇਆ ਗਿਆ। ਵੇਖੋ, ਜਿਹੜੀਆਂ ਸਰਕਾਰਾਂ ਨੇ ਨਾ, ਰਾਜਨੀਤੀ ਹੈ, ਉਸ ਨੂੰ ਮਤਲਬ ਸਿਰਫ ਤੇ ਸਿਰਫ ਕੁਰਸੀ ਨਾਲ ਹੈ, ਹੋਰ ਕਿਸੇ ਨਾਲ ਕੋਈ ਮਤਲਬ ਨਹੀਂ। ਕੁਰਸੀ ਦੇ ਸਾਹਮਣੇ ਕੋਈ ਉਹਨਾਂ ਦਾ ਭੈਣ ਨਹੀਂ, ਕੋਈ ਭਰਾ ਨਹੀਂ, ਕੋਈ ਮਾਂ ਨਹੀਂ, ਕੋਈ ਬਾਪ ਨਹੀਂ, ਕੋਈ ਰਿਸ਼ਤੇਦਾਰ ਨਹੀਂ, ਕੋਈ ਕੁਝ ਨਹੀਂ। ਉਹਨਾਂ ਲਈ ਸਿਰਫ ਕੁਰਸੀ ਹੀ ਸਾਰਾ ਕੁਝ ਹੈ। ਜਿਵੇਂ ਔਰੰਗਜ਼ੇਬ ਨੇ ਕੀਤਾ ਸੀ, ਆਪਣੇ ਭਰਾ ਨੂੰ ਵੀ ਕਤਲ ਕੀਤਾ, ਪਿਓ ਨੂੰ ਵੀ ਕਤਲ ਕੀਤਾ, ਇੱਥੋਂ ਤੱਕ ਵੀ ਆਪਣੇ ਜਿਹੜੇ ਹੋਰ ਨਜ਼ਦੀਕੀ ਸੀ ਉਹਨਾਂ ਨੂੰ ਵੀ ਕਤਲ ਕੀਤਾ, ਵੀ ਕੱਲ੍ਹ ਨੂੰ ਕਿਤੇ ਵੀ ਇਹ ਅੱਗੇ ਆ ਜਾਣ, ਵੀ ਕੁਰਸੀ ਦੇ ਦਾਅਵੇਦਾਰ ਬਣ ਜਾਣ। ਔਰੰਗਜ਼ੇਬ ਨੇ ਰਾਜ ਸਿੰਘਾਸਣ ਗੱਦੀ ਲੈਣ ਦੇ ਲਈ ਆਪਣੇ ਪਿਤਾ ਨੂੰ ਜੇਲ੍ਹ ਵਿੱਚ ਵੀ ਸੁੱਟਿਆ ਸੀ, ਕੈਦ ਕਰਕੇ ਰੱਖਿਆ ਸੀ ਆਪਣੇ ਪਿਓ ਨੂੰ। ਇਹ ਰਾਜਨੀਤੀ ਹੈ ਹੀ ਐਸੀ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਰਾਜਿਆਂ ਨੂੰ ਕਸਾਈ ਤੱਕ ਕਿਹਾ ਹੈ। ਇਹਨਾਂ ਰਾਜਿਆਂ ਨੂੰ ਬਘਿਆੜ ਕੁੱਤੇ ਤੱਕ ਕਿਹਾ ਹੈ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਣ ਬੈਠੇ ਸੁੱਤੇ। ਉਹਨਾਂ ਨੂੰ ਜਗਾਇਆ, ਹਲੂਣਾ ਦਿੱਤਾ ਵੀ ਤੁਸੀਂ ਖੂਨ ਪੀਣੇ ਬਘਿਆੜ ਤੇ ਕੁੱਤੇ ਨਾ ਬਣੋ। ਮਨੁੱਖ ਹੋ, ਇਨਸਾਨ ਹੋ, ਇਨਸਾਨ ਹੋ ਕੇ ਰਹੋ। ਜ਼ੁਲਮ ਕਰਕੇ, ਜ਼ੁਲਮ ਦੀ ਅਧੀਨਤਾ ਦੇ ਵਿੱਚ ਆ ਕੇ ਲੋਕਾਂ ਨੂੰ ਨੁਕਸਾਨ ਪਹੁੰਚਾ ਕੇ ਸੱਤਾ ਦਾ ਸੁੱਖ ਭੋਗਣ ਵਾਲਿਓ, ਇਹ ਸੱਤਾ ਦਾ ਸੁੱਖ ਨਹੀਂ ਹੈ, ਇਹ ਤੁਹਾਨੂੰ ਨੁਕਸਾਨ ਹੋਵੇਗਾ। ਪਰ ਬੰਦਾ ਕਿੱਥੇ ਟਲਦਾ, ਮੰਨਦਾ ਥੋੜ੍ਹੀ ਹੈ। ਅੱਜ ਵਾਲਿਆਂ ਨੂੰ ਕਿਹੜਾ ਪਤਾ ਨਹੀਂ ਵੀ ਸਾਡੇ ਜਿਹੜੇ ਹਾਲਾਤ ਨੇ ਉਹ ਕੀ ਨੇ। ਹੁਣ ਜਿਹੜੀ ਨਵੀਂ ਸਰਕਾਰ ਬਣਨ ਨੂੰ ਫਿਰਦੀ ਹੈ ਜਾਂ ਦਾਅਵੇ ਕਰਦੀ ਹੈ, ਮੈਨੀਫੈਸਟੋ ਜਾਰੀ ਕਰਦੀ ਹੈ, ਦੇਖੋ ਨਾ ਹੁਣ ਸਾਰਿਆਂ ਨੇ ਕੀਤੇ ਆਪਦੇ ਵੀ ਅਸੀਂ ਆਹ ਕਰਾਂਗੇ, ਅਸੀਂ ਐਂ ਕਰਾਂਗੇ, ਅਸੀਂ ਉਹ ਕਰਾਂਗੇ। ਸਾਰੇ ਲਾਰੇ, ਐਡੀਆਂ ਲਿਸਟਾਂ ਅਖਬਾਰਾਂ ਦੇ ਵਿੱਚ ਛਪੀਆਂ ਪਈਆਂ ਨੇ, ਇੱਕ ਪੇਜ ਦੀਆਂ, ਵੀ ਅਸੀਂ ਇੰਨਾ ਤੁਹਾਡਾ ਕਰਾਂਗੇ। ਕਿਸਾਨਾਂ ਦਾ ਅੰਦੋਲਨ ਚੱਲਿਆ, ਉਹਦੇ ਵਿੱਚ ਹੁਣ ਕਹਿ ਰਹੇ ਨੇ ਵੀ ਅਸੀਂ ਕਿਸਾਨਾਂ ਨੂੰ ਇੰਨਾ ਫਾਇਦਾ ਦੇਵਾਂਗੇ, ਇੰਨਾ ਆਹ ਦੇਵਾਂਗੇ। ਬਿੱਲ ਹਾਲੇ ਤੱਕ ਨਹੀਂ ਰੱਦ ਹੋਏ, ਹਾਲੇ ਤੱਕ ਰੱਦ ਨਹੀਂ ਹੋਏ। ਸੋਚ ਕੇ ਵੇਖੋ, 800 ਤੋਂ ਵੱਧ ਜਾਨਾਂ ਪੰਜਾਬ ਦੀ ਝੋਲੀ ਦੇ ਵਿੱਚ ਦਿੱਲੀ ਤੋਂ ਲਾਸ਼ਾਂ ਆਈਆਂ ਨੇ, 800 ਤੋਂ ਵੱਧ। ਪੈਸੇ ਦਾ ਨੁਕਸਾਨ ਸਾਡਾ, ਮਸ਼ੀਨਰੀ ਦਾ ਨੁਕਸਾਨ, ਸਰੀਰਾਂ ਦਾ ਨੁਕਸਾਨ।
ਸਾਡੀਆਂ ਫਸਲਾਂ ਦਾ ਨੁਕਸਾਨ, ਕਿਉਂਕਿ ਕਿਸਾਨ ਉੱਥੇ ਬੈਠੇ ਪਿੱਛੇ ਫਸਲਾਂ ਕਿਹਨੇ ਕਿੰਨੀਆਂ ਕੁ ਸਾਂਭਣੀਆਂ ਸੀ। ਕਿਤੇ ਨਾ ਕਿਤੇ ਸਾਡੀਆਂ ਵੀ ਭੁੱਲਾਂ ਨੇ, ਸਾਡੀਆਂ ਵੀ ਗਲਤੀਆਂ ਨੇ। ਇਹ ਲੋਕਾਂ ਨੂੰ ਸ਼ਹਿ ਮਿਲ ਜਾਂਦੀ ਆ ਸਾਡੀਆਂ ਉਹਨਾਂ ਗਲਤੀਆਂ ਨੂੰ ਲੁਕੋ ਕੇ ਸਾਡੇ 'ਤੇ ਵੱਡੇ ਦਾਅਵੇ ਕਰਨੀਆਂ। ਹੁਣ ਸੋਚ ਕੇ ਵੇਖੋ ਵੀ ਸਾਡੀਆਂ ਜ਼ਮੀਨਾਂ ਦੀ ਇਹਨਾਂ ਨੂੰ ਕੀ ਜ਼ਰੂਰਤ ਪੈ ਗਈ। ਜ਼ਰੂਰਤ ਪੈ ਗਈ ਇਸ ਕਾਰਨ ਪਈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ ਯੂਰਪ ਤੱਕ ਦਾ ਜਿਹੜਾ ਰਸਤਾ ਨਾ ਬਾਇਆ ਰੋਡ ਖੁੱਲ੍ਹ ਰਿਹਾ। ਪਾਕਿਸਤਾਨ ਤੋਂ ਬਾਰਡਰ ਜਿਹੜਾ ਪੰਜਾਬ ਨੂੰ ਪੈਂਦਾ, ਉਹ ਬਾਰਡਰ ਜਿਹੜਾ ਹੈਗਾ ਉਹ ਖੁੱਲ੍ਹ ਰਹੇ ਨੇ, ਰੋਡ ਬਣ ਚੁੱਕੇ ਨੇ, ਮੈਪ ਤਿਆਰ ਹੋ ਚੁੱਕੇ ਨੇ। ਕਨੇਡਾ ਤੱਕ, ਇੱਥੋਂ ਹੀ ਇੰਗਲੈਂਡ ਤੱਕ ਸਿੱਧੇ ਟਰੱਕ ਜਾਇਆ ਕਰਨਗੇ। ਜਿਵੇਂ ਪਹਿਲਾਂ 100 ਸਾਲ ਪਹਿਲਾਂ ਬੱਸਾਂ ਚੱਲਦੀਆਂ ਸੀ ਨਾ, ਇੰਗਲੈਂਡ ਤੋਂ ਚੱਲ ਕੇ ਬੱਸ ਜਿਹੜੀ ਸੀ 1.5 ਮਹੀਨੇ ਦੇ ਵਿੱਚ ਇੱਥੇ 2 ਮਹੀਨਿਆਂ 'ਚ ਪਹੁੰਚਦੀ ਸੀ, ਉਵੇਂ ਹੀ ਟਰੱਕ ਚੱਲਿਆ ਕਰਨਗੇ, ਟਰਾਂਸਪੋਰਟ। ਅਤੇ ਉਹਦਾ ਫਾਇਦਾ ਕਿਹਨੂੰ ਆ? ਪੰਜਾਬ ਨੂੰ। ਉਹਦਾ ਫਾਇਦਾ ਤਾਂ ਪੰਜਾਬ ਨੂੰ ਹੋਵੇਗਾ ਨਾ। ਪੰਜਾਬ ਦੀ ਜਿਹੜੀ ਹੈਗੀ ਆਰਥਿਕਤਾ ਦੀ ਹਾਲਤ ਸੁਧਰੇਗੀ। ਪਰ ਹੁਣ ਜਿਹੜੇ ਵੱਡੇ ਘਰਾਣੇ ਨੇ, ਕਾਰਪੋਰੇਟ ਘਰਾਣੇ, ਉਹ ਇਹ ਚਾਹੁੰਦੇ ਨਹੀਂ ਵੀ ਅਸੀਂ ਇਹਨਾਂ ਪੰਜਾਬੀਆਂ ਨੂੰ ਜਾਂ ਪੰਜਾਬ ਨੂੰ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਹੋਣ ਦੇ ਦਈਏ। ਉਹ ਕਹਿੰਦੇ ਨੇ ਵੀ ਇਹ ਮਜ਼ਬੂਤ ਨਾ ਹੋਣ, ਅਸੀਂ ਮਜ਼ਬੂਤ ਹੋ ਜਾਈਏ। ਇਸੇ ਕਰਕੇ ਹੀ ਇਹ ਜਿਹੜੇ ਅਡਾਨੀ ਅੰਬਾਨੀ ਵਰਗੇ ਨੇ ਨਾ, ਇਹ ਪੰਜਾਬ ਦੀਆਂ ਜ਼ਮੀਨਾਂ ਉੱਤੇ ਲਿਮਟਾਂ ਦੇ ਬੈਂਕਾਂ ਦੇ ਰਾਹੀਂ ਲੋਨ ਦੇ ਇਹ ਕਬਜ਼ੇ ਕਰਨ ਨੂੰ ਫਿਰਦੇ ਨੇ, ਕਿਉਂਕਿ ਨਾ ਲਿਮਟ ਮੁੜੇ ਨਾ ਲੋਨ ਮੁੜੇ। ਕੋਈ ਵਿਰਲਾ ਜਿਹੜਾ ਮੋੜ ਦਿੰਦਾ, ਜਿਹਦਾ ਕਾਰੋਬਾਰ ਸੈੱਟ ਹੋ ਜਾਂਦਾ ਨਾ, ਕੋਈ ਹੋਰ ਆਸੇ ਪਾਸੇ ਦੂਜਾ ਕਾਰੋਬਾਰ ਵੀ, ਉਹ ਫਿਰ ਮੋੜ ਦਿੰਦਾ ਕਰਜ਼ਾ। ਨਹੀਂ ਤੇ ਜਿਨ੍ਹਾਂ ਨੇ ਲਿਮਟਾਂ ਲਈਆਂ ਨੇ, ਜਾਂ ਤਾਂ ਉਹ ਫਾਹੇ ਲੈ ਗਏ ਜਾਂ ਸਪਰੇਹਾਂ ਪੀ ਗਏ, ਘਰ ਬਰਬਾਦ ਹੋ ਗਏ। ਜ਼ਮੀਨਾਂ ਜਿਹੜੀਆਂ ਉਹਨਾਂ ਨੇ ਰਿਕਵਾਇਰ ਕਰ ਲਈਆਂ, ਕਬਜ਼ੇ ਹੇਠ ਲੈ ਲਈਆਂ, ਉਹ ਅਗਲੇ ਕੁਝ ਕਰਨ ਨਾ ਕਰਨ। ਇਸੇ ਹੀ ਧਰਤੀ ਉੱਤੇ, ਜਿਸ ਧਰਤੀ ਉੱਤੇ ਅਸੀਂ ਕਣਕ ਅਤੇ ਝੋਨੇ ਤੋਂ ਬਿਨਾਂ ਕੁਝ ਲਾਉਣਾ ਨਹੀਂ ਪਸੰਦ ਕਰਦੇ, ਉਹ ਇਸੇ ਧਰਤੀ ਦੇ ਉੱਤੇ ਹਰੇਕ ਚੀਜ਼ ਪੈਦਾ ਕਰਨਗੇ। ਸਿਓ ਵੀ ਇੱਥੇ ਮਿਲਣਗੇ, ਅੰਗੂਰ ਵੀ ਇੱਥੇ ਮਿਲਣਗੇ, ਖਜੂਰਾਂ ਵੀ ਇੱਥੇ ਮਿਲਣਗੀਆਂ। ਹਰ ਇੱਕ ਚੀਜ਼ ਪੰਜਾਬ ਦੀ ਧਰਤੀ ਦੇ ਉੱਤੇ ਪੈਦਾ ਹੋਵੇਗੀ। ਪੰਜਾਬ ਦੀ ਧਰਤੀ ਦੀ ਹਿੱਕ ਦੇ ਵਿੱਚ ਇੰਨੀ ਤਾਕਤ ਹੈ, ਇੰਨੀ ਉਪਜਾਊ ਜ਼ਮੀਨ ਹੈ ਕਿ ਇਸ ਧਰਤੀ ਦੇ ਉੱਤੇ ਹਰੇਕ ਮੌਸਮ, ਹਰੇਕ ਰੁੱਤ ਦਾ ਪ੍ਰਭਾਵ ਹੈ ਅਤੇ ਇੱਥੇ ਹਰੇਕ ਫਲ, ਫਰੂਟ, ਸਬਜ਼ੀ, ਹਰੇਕ ਚੀਜ਼ ਪੈਦਾ ਹੋ ਸਕਦੀ ਹੈ। ਪਰ ਸਾਨੂੰ ਉੱਥੇ ਤੱਕ ਸੋਚਣ ਨਹੀਂ ਦਿੱਤਾ ਜਾ ਰਿਹਾ ਵੀ ਕਿਤੇ ਇਹ ਪੈਦਾ ਕਰਕੇ ਵੇਚ ਕੇ ਫਿਰ ਇਹਨਾਂ ਨੂੰ ਨਫਾ ਹੋਵੇਗਾ। ਉਹ ਹੀ ਕਿਉਂ ਚਾਹੁੰਣਗੇ? ਉਹ ਨਹੀਂ ਚਾਹੁੰਦੇ। ਆ ਸੋਚ ਕੇ ਵੇਖੋ, ਜਿਹੜਾ ਲੋਕਡਾਊਨ ਲੱਗਿਆ, ਸਾਰਾ ਪਿੱਛੇ 6 ਮਹੀਨੇ ਸਾਲ ਬੰਦ ਰਿਹਾ, ਬਿਲਕੁਲ ਸਾਰਾ ਕੁਝ। ਉਹਦੇ ਵਿੱਚ ਬੰਦ ਹੋਣ ਦੇ ਨਾਂ 'ਤੇ ਵੀ ਜਿੱਥੇ ਕੁਝ ਵੀ ਟਰਾਂਸਪੋਰਟ ਨਹੀਂ ਚੱਲੀ, ਕੁਝ ਨਹੀਂ ਵਿਕਿਆ, ਕੁਝ ਨਹੀਂ ਖਰੀਦਿਆ ਗਿਆ, ਸਿਰਫ ਖਾਣੇ ਪਾਣੀ ਤੋਂ ਬਿਨਾਂ, ਫਿਰ ਵੀ ਅਡਾਨੀਆਂ ਅੰਬਾਨੀਆਂ ਦੀ ਜਿਹੜੀ ਪ੍ਰੋਪਰਟੀ ਆ ਉਹ 10 ਗੁਣਾ ਵਧੀ ਹੈ, ਘਟੀ ਨਹੀਂ। ਅਤੇ ਇੱਥੇ ਜਿਹੜੇ ਸਾਡੇ ਤਾਂ ਉਹ ਵੀ ਲੈ ਗਏ ਖੋਹ ਕੇ, ਨੋਟਬੰਦੀ ਦੇ ਵਿੱਚ ਲੈ ਗਏ, ਅਤੇ ਆਹ ਲੋਕਡਾਊਨ ਦੇ ਵਿੱਚ ਜਿਹੜਾ ਸਾਰਾ ਕੁਝ ਖਾਲੀ ਕਰ ਗਏ ਸਭ ਦਾ। ਉੱਤੋਂ ਬਿਮਾਰੀਆਂ ਦੇ ਉੱਤੇ ਜਿਹੜੀ ਲੁੱਟ ਹੈ ਉਹ ਵੱਖਰੀ ਹੈ, ਪੜ੍ਹਾਈਆਂ ਦੇ ਉੱਤੇ ਲੁੱਟ ਹੈ ਜਿਹੜੀ ਉਹ ਵੱਖਰੀ ਹੈ। ਸਾਨੂੰ ਲਾਭ ਤਾਂ ਹੋਇਆ ਹੀ ਨਹੀਂ ਨਾ, ਸਾਡੇ ਲਈ ਤਾਂ ਹਾਨੀ ਹੈ। ਸਰਕਾਰਾਂ ਦੇ ਦਾਅਵੇ ਹੁੰਦੇ ਨੇ ਵੀ ਅਸੀਂ ਇੱਦਾਂ ਕਰ ਦਾਂਗੇ, ਉੱਦਾਂ ਕਰ ਦਾਂਗੇ। ਸਰਕਾਰ ਦਾਅਵੇ ਕਰਦੀ ਹੈ, ਕਸਮਾਂ ਖਾਂਦੀ ਹੈ, ਸੌਹਾਂ ਖਾਂਦੇ ਨੇ ਵੀ ਸਾਨੂੰ ਕੋਈ ਪਿੱਛੇ ਜੇ ਉਹ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਵੀ ਮੈਂ ਐਂ ਕਰ ਦੂੰ, ਉਹ ਕਰ ਦੂੰ, ਹੋਇਆ ਕੁਝ ਵੀ ਨਹੀਂ, ਕੱਖ ਨਹੀਂ ਹੋਇਆ। ਕੀ ਕੀਤਾ? ਡੱਕਾ ਨਹੀਂ ਕੀਤਾ ਦੂਰਾ। ਸਿਰਫ ਆਪਣੇ ਰਾਜ ਮਹਿਲ ਤੋਂ ਆਪਣੇ ਫਾਰਮ ਹਾਊਸ, ਬਸ ਆਹ 2 ਗੇੜੇ ਜ਼ਰੂਰ ਲੱਗੇ ਨੇ, ਹੋਰ ਤੀਜਾ ਗੇੜਾ ਕਿਸੇ ਅੱਗੇ ਨਹੀਂ ਲਾਇਆ। ਹੁਣ ਤਰਲੇ ਕਰਦੇ ਫਿਰਦੇ ਨੇ ਵੀ ਸਾਡੀ ਸਰਕਾਰ ਬਣਾ ਦਿਓ, ਸਾਡੀ ਬਣਾ ਦਿਓ। ਮੂਰਖ ਹੀ ਬਣਾ ਰਹੇ ਨੇ ਨਾ ਸਾਨੂੰ, ਹੋਰ ਕੀ ਹੈ। ਨਸ਼ਿਆਂ 'ਤੇ ਠੱਲ ਪਾਵਾਂਗੇ, ਕੋਈ ਨਸ਼ਿਆਂ 'ਤੇ ਠੱਲ ਨਹੀਂ ਪਈ। ਇਹਨਾਂ ਸਰਕਾਰਾਂ ਦੀਆਂ ਸਹਿਮਤੀਆਂ ਦੇ ਨਾਲ ਹੀ ਨਸ਼ਾ ਵਿਕਦਾ ਹੈ, ਆਉਂਦਾ ਹੈ, ਸਿੰਥੈਟਿਕ ਨਸ਼ਾ, ਮੈਡੀਕਲ ਨਸ਼ਾ। ਜਿਹੜੇ ਟੀਕੇ ਦੇ ਨਾਲ ਹਾਥੀ ਨੂੰ ਬੇਹੋਸ਼ ਕੀਤਾ ਜਾਂਦਾ ਨਾ, ਦਵਾਈ ਦੇਣ ਦੇ ਲਈ ਜਾਂ ਕੋਈ ਉਹਦਾ ਜ਼ਖਮ ਭਰਨ ਦੇ ਲਈ ਜਾਂ ਫੜਨ ਦੇ ਲਈ, ਉਹ ਟੀਕੇ ਨੂੰ ਗੋਲੀਆਂ ਦੇ ਵਿੱਚ ਮਿਲਾ ਕੇ ਦਿੱਤਾ ਗਿਆ, ਉਹ ਲਿਕੁਇਡ ਦਿੱਤਾ ਗਿਆ, ਜਿਨ੍ਹਾਂ ਦੇ ਨਾਲ ਹੁਣ ਸੋਚ ਕੇ ਵੇਖੋ ਵੀ ਉਹ ਬਿਲਕੁਲ ਥੋੜ੍ਹਾ ਜਿਹਾ ਹੁੰਦਾ, 5 ml ਤੋਂ ਵੀ ਘੱਟ ਹੁੰਦਾ ਜਿਹੜਾ ਹਾਥੀ ਨੂੰ ਲਾਇਆ ਜਾਂਦਾ।
ਤੇ ਐਡਾ ਵੱਡਾ ਹਾਥੀ ਇਹ ਲੱਗਣ ਸਾਰ ਡਿੱਗ ਪੈਂਦਾ, ਤੇ ਬੰਦੇ ਤੇ ਜਦੋਂ ਲੱਗੇਗਾ ਉਹ ਮਰੇਗਾ ਹੀ, ਬੰਦਾ ਦਿਲ ਪਾੜ ਜਾਂਦਾ ਉਹਦੀ ਨਾਲ ਦੀ ਨਾਲ। ਕੌਣ ਜ਼ਿੰਮੇਵਾਰ ਹੈ? ਕਿਤੇ ਨਾ ਕਿਤੇ ਅਸੀਂ ਆਪ ਵੀ ਜ਼ਿੰਮੇਵਾਰ ਹਾਂ ਨਾ। ਅਸੀਂ ਇਹਨਾਂ ਐਸੀਆਂ ਦਲਾਂ ਦੇ ਵਿੱਚ ਧੱਸ ਜਾਂਦੇ ਹਾਂ, ਚਲੇ ਜਾਂਦੇ ਹਾਂ, ਇਸੇ ਕਰਕੇ ਅਸੀਂ ਮਾਰੇ ਜਾਂਦੇ ਹਾਂ। ਥੋੜ੍ਹਾ ਥੋੜ੍ਹਾ ਸਵਾਦ ਚੱਖਦੇ ਫਿਰ ਆਦਤ ਪੈ ਜਾਂਦੀ ਆ। ਪਹਿਲਾਂ ਕਹਿੰਦੇ ਵੀ ਜੇ ਦੇਖੋ ਨਾ ਵੀ ਕਦੇ ਕੋਈ ਰਿਸ਼ਤੇ ਦੀ ਗੱਲ ਚੱਲਦੀ ਆ ਨਾ, ਜਦੋਂ ਵਿਚਲੇ ਜਿਹੜੇ ਬੰਦੇ ਹੁੰਦੇ ਨੇ ਉਹ ਕਹਿੰਦੇ ਜੀ ਵੀ ਮੁੰਡਾ ਨਸ਼ਾ ਤਾਂ ਨਹੀਂ ਕਰਦਾ। ਨਹੀਂ, ਨਸ਼ਾ ਤਾਂ ਨਹੀਂ ਕਰਦਾ ਜੀ, ਕਦੇ ਕਤਾਈ ਵਿਆਹ ਸ਼ਾਦੀ ਦੇ ਵਿੱਚ ਘੁੱਟ ਲਾ ਲੈਂਦਾ, ਵੀ ਅੱਜ ਘੁੱਟ ਲਾਉਂਦਾ ਕੱਲ੍ਹ ਨੂੰ ਗਲਾਸ ਵੀ ਲਾਊਗਾ, ਫਿਰ ਬੋਤਲ 'ਤੇ ਵੀ ਜਾਊਗਾ, ਫਿਰ ਪੇਟੀ ਵੀ ਘਰੇ ਆਊਗੀ, ਫਿਰ ਠੇਕੇ ਤੋਂ ਵੀ ਚੱਕ ਕੇ ਲਿਆਉਣਾ ਪੂ ਡਿੱਗਿਆ ਪਿਆ। ਇਹ ਨਹੀਂ ਨਾ, ਫਿਰ ਕਹਿੰਦੇ ਨਹੀਂ ਜੀ ਥੋੜ੍ਹੀ ਜਿਹੀ ਪੀਂਦਾ ਹੈ ਤਾਂ ਇੰਨੀ ਥੋੜ੍ਹੀ ਪੀਂਦਾ, ਥੋੜ੍ਹੀ ਤੋਂ ਵੱਧ ਜਾਂਦਾ ਮੁੜ ਕੇ। ਕਿਉਂ ਕਿਸੇ ਦਾ ਘਰ ਬਰਬਾਦ ਕਰਨਾ? ਇਸੇ ਕਰਕੇ ਪਾਤਸ਼ਾਹ ਜੀ ਵਾਰ-ਵਾਰ ਸਮਝਾਉਂਦੇ ਨੇ, ਭਾਈ ਪਹਿਲਾਂ ਧਿਆਨ ਰੱਖੋ, ਸੋਚੋ ਤੇ ਵਿਚਾਰੋ, ਪਰਖ ਕਰੋ। ਇਹ ਨਾ ਕਰੋ ਵੀ ਉੱਦਾਂ ਹੀ ਬਸ ਅਸੀਂ ਜਿਹੜਾ ਫੈਸਲਾ ਲੈ ਲਿਆ ਵੀ ਅਸੀਂ ਤਾਂ ਲੈ ਲਿਆ ਜੀ, ਨਹੀਂ, ਉਹਨੂੰ ਸੋਚ ਕੇ ਵਿਚਾਰ ਕੇ ਚੰਗੇ ਭਵਿੱਖ ਦੀ ਕਾਮਨਾ ਕਰਕੇ ਉਹਦੀ ਪੜਤਾਲ ਕਰੋ, ਲੱਭੋ। ਹੁਣ ਸਤਿਗੁਰੂ ਕਹਿੰਦੇ ਪਰਮਾਤਮਾ ਦੇ ਅਦਬ ਭੈ ਦੇ ਵਿੱਚ ਰਹਿ ਕੇ ਹੀ ਸੱਚੀ ਭਗਤੀ ਹੋ ਸਕਦੀ ਹੈ। ਸੱਚੀ ਭਗਤੀ ਦੇ ਨਾਲ ਹੀ ਤੂੰ ਪਤਿਤ ਤੋਂ ਪਾਵਨ ਹੋ ਸਕਦਾ ਹੈ। ਤਰਨ ਕੈਸੇ, ਪਰ ਸੱਚੀ ਭੈ ਭਗਤੀ ਤੋਂ ਬਿਨਾਂ ਤਰਿਆ ਨਹੀਂ ਜਾ ਸਕਦਾ। ਤਰਨ ਦੇ ਲਈ ਤੈਨੂੰ ਉਸ ਦਇਆ ਦੇ, ਕਿਰਪਾਲੂ ਦਿਆਲੂ ਦੇ ਘਰ ਦੇ ਵਿੱਚ ਅਰਦਾਸ ਕਰਨੀ ਪਵੇਗੀ, ਸੱਚੇ ਅਕਾਲ ਪੁਰਖ ਅੱਗੇ, ਜਿਹੜਾ ਪਤਿਤ ਉਦਾਹਰਨ ਹੈ, ਪਤਿਤਾਂ ਨੂੰ ਤਾਰਨ ਵਾਲਾ ਹੈ, ਜਿਹੜਾ ਪਤਿਤਾਂ ਦੇ ਦੁੱਖ ਦੂਰ ਕਰਨ ਵਾਲਾ, ਰੋਗ ਦੂਰ ਕਰਨ ਵਾਲਾ ਹੈ, ਜਿਹੜਾ ਪਤਿਤਾਂ ਨੂੰ ਪਾਵਨ ਬਣਾ ਦਿੰਦਾ ਹੈ, ਪਵਿੱਤਰ ਕਰ ਦਿੰਦਾ ਹੈ। ਇਹ ਉਹਨਾਂ ਦੀ ਗੱਲ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਵੀ ਤਾਂ ਬਾਬਰ ਦਾਰੂ ਹੀ ਪੀ ਰਿਹਾ ਸੀ ਨਾ। ਕਹਿੰਦੇ ਕਿਉਂ ਪੀ ਰਿਹਾ? ਕਹਿੰਦਾ ਜੀ ਪਰੇਸ਼ਾਨੀਆਂ ਬਹੁਤ ਰਹਿੰਦੀਆਂ, ਦਿਮਾਗ ਦੇ ਉੱਤੇ ਟੈਨਸ਼ਨਾਂ ਰਹਿੰਦੀਆਂ, ਵੀ ਉਹ ਵੀ ਇਲਾਕਾ ਜਿੱਤਣਾ, ਉਹ ਰਾਜੇ ਦੇ ਉੱਤੇ ਕਬਜ਼ਾ ਕਰਨਾ, ਆਹ ਕਰਨਾ, ਉਹ ਕਰਨਾ। ਉਹ ਕਹਿੰਦੇ ਫਿਰ ਕੀ, ਇੱਕ ਗਲਾਸ ਪੀ ਲੈਣਾ। ਕਹਿੰਦੇ 2-3 ਘੰਟੇ ਨਸ਼ਾ ਰਹਿੰਦਾ। ਕਹਿੰਦੇ ਫਿਰ ਕਹਿੰਦੇ ਹੋਰ ਪੀ ਲੈਣਾ। ਉਹ ਕਹਿੰਦੇ ਵੀ ਬਾਬਰ ਨੇ ਕਿਹਾ ਵੀ ਬਾਬਰ ਇਹ ਜ਼ਿੰਦਗੀ ਤੈਨੂੰ ਐਸ਼ ਕਰਨ ਦੇ ਲਈ ਮਿਲੀ ਆ, ਵੀ ਇਸ ਕਰਕੇ ਐਸ਼ ਕਰ। ਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਤੈਨੂੰ ਜ਼ਿੰਦਗੀ ਜਿਹੜੀ ਹੈ ਬੜੀ ਕੀਮਤੀ ਹੈ, ਸੋਹਣੀ ਹੈ, ਬਸ ਤੂੰ ਹੋਸ਼ ਕਰ, ਐਸ਼ ਨਾ ਕਰ। ਹੋਸ਼ ਕਰ, ਸੋਚ ਵਿਚਾਰ ਸਮਝ ਵੀ ਅਸੀਂ ਚੱਲਣਾ ਕਿਵੇਂ। ਹੁਣ ਬਾਬਰ ਇੰਨੀਆਂ ਗੱਲਾਂ ਸੁਣ ਕੇ ਵੀ ਪਤਾ ਕੀ ਕਹਿੰਦਾ ਜੀ ਲਓ ਤੁਸੀਂ ਵੀ ਇੱਕ ਪੈਗ ਲਾ ਲਓ, ਸੋਚ ਕੇ ਵੇਖੋ ਵੀ ਲਓ ਜੀ ਤੁਸੀਂ ਵੀ, ਕਹਿੰਦਾ ਲਾ ਕੇ ਵੇਖੋ ਤੁਹਾਨੂੰ ਫਿਰ ਪਤਾ ਲੱਗੂ। ਕਹਿੰਦੇ ਵੀ ਨਹੀਂ, ਕਹਿੰਦੇ ਸਾਡਾ ਤਾਂ ਲੱਗਿਆ ਹੋਇਆ ਪੈਗ। ਕਹਿੰਦੇ ਤੁਸੀਂ ਕਾਹਦਾ ਪੈਗ ਲਾ ਲਿਆ? ਕਹਿੰਦੇ ਨਾਮ ਦਾ। ਉਹ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਵਿੱਚ ਅਸੀਂ ਰੰਗੇ ਹੋਏ ਹਾਂ। ਸਾਨੂੰ ਉਸ ਨਾਮ ਦਾ ਨਸ਼ਾ ਹੈ, ਸਾਨੂੰ ਉਸ ਅਕਾਲ ਪੁਰਖ ਦਾ ਨਸ਼ਾ ਹੈ, ਜਿਹੜਾ ਇੱਕ ਵਾਰੀ ਚੜ੍ਹ ਗਿਆ ਮੁੜ ਕੇ ਉਤਰਦਾ ਨਹੀਂ। ਇੱਕ ਵਾਰੀ ਪੀਤੇ ਤੋਂ ਜਿਹੜਾ ਜਾਂਦਾ ਹੀ ਕਦੇ ਨਹੀਂ, ਹਮੇਸ਼ਾ ਲਈ ਸਦੀਵ ਸੱਚ ਹੈ ਉਹ ਨਸ਼ਾ ਪਰਮਾਤਮਾ ਦਾ। ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਵੀ ਉਦਾਹਰਨਾਂ ਦਿੱਤੀਆਂ ਵੀ ਜਿਵੇਂ ਲੋਕ ਜਿਹੜੇ ਨੇ ਨਾ ਵੀ ਸ਼ਰਾਬ ਕੱਢਦੇ ਨੇ, ਗੁੜ ਦੀ ਵਰਤੋਂ ਕਰਦੇ ਨੇ, ਅੱਕ ਦੀ, ਹੋਰ ਸੱਕਾਂ ਦੀ, ਇੱਦਾਂ ਸਾਰਾ ਕੁਛ। ਉਹ ਸਾਰੇ ਗੁਰੂ ਪਾਤਸ਼ਾਹ ਜੀ ਨੇ ਸ਼ਬਦ ਵਿੱਚ ਵਰਤ ਕੇ ਉਹਨੂੰ ਸਹੀ ਦਿਸ਼ਾ ਦੇ ਦਿੱਤੀ। ਗੁੜ ਕਰ ਗਿਆਨ ਧਿਆਨ ਕਰ ਧਾਵੋ ਕਰਨੀ ਕਛ ਪਾਈਏ। ਕਹਿੰਦੇ ਇਹ ਆਪਣੇ ਜੀਵਨ ਵਿੱਚ ਮੰਨ, ਗੁੜ ਨੂੰ ਗਿਆਨ ਬਣਾ ਲੈ, ਗਿਆਨ ਨੂੰ ਗੁੜ ਬਣਾ ਲੈ। ਧਿਆਨ ਕਰ ਧਾਵੋ, ਧਿਆਨ ਨੂੰ ਉਸ ਦੇ ਵਿੱਚ ਜੋੜ ਲੈ, ਬਿਲਕੁਲ ਧਿਆਨ ਲਗਾਤਾਰ ਜਿਹੜੀ ਭੱਠੀ ਹੈ ਨਾ ਉਹ ਚੱਲੀ ਜਾਵੇ। ਤੇ ਕਰਨੀ ਕਛ ਪਾਈਏ, ਆਪਣੀ ਕਰਮਾਂ ਰੂਪੀ ਕਰਨੀ ਦੇ ਦੁਆਰਾ ਇਹਦੇ ਵਿੱਚ ਜਿਹੜਾ ਨਾ ਇਹ ਸ਼ੱਕ ਪਾਉਂਦਾ ਰਹੇ ਤਾਂ ਕਿ ਇਹ ਚੰਗਾ ਇੱਕ ਉਸ ਪਰਮਾਤਮਾ ਦੇ ਨਾਮ ਦਾ ਜਿਹੜਾ ਰਸ ਹੈ ਨਾ ਉਹ ਤਿਆਰ ਹੋ ਜਾਵੇ। ਫਿਰ ਜਦੋਂ ਉਹ ਰਸ ਦੇ ਵਿੱਚ ਤੂੰ ਲੱਗ ਗਿਆ ਨਾ, ਚੱਖ ਲਿਆ, ਤਾਂ ਕਹਿੰਦੇ ਫਿਰ ਤੇਰੇ ਜੀਵਨ ਦੇ ਵਿੱਚ ਖੁਸ਼ਹਾਲੀ ਆ ਜਾਵੇਗੀ। ਪਤਿਤ ਉਧਾਰ ਲੈਣਗੇ ਉਹ ਸੱਚੇ ਪਾਤਸ਼ਾਹ ਜੀ। ਰਾਖ ਸੁਆਮੀ ਆਪ ਭਰੋਸੇ, ਤੂੰ ਕਿਰਪਾ ਕਰ ਦਾਤਾ, ਆਪਣੀ ਬਖਸ਼ਿਸ਼ ਦੇ ਮਿਹਰ ਦੇ ਸਦਕਾ ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ ਕੇ ਰੱਖ।
ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। 5 ਵਿਕਾਰ ਨੇ। ਇਹਨਾਂ 5 ਵਿਕਾਰਾਂ ਤੋਂ ਮੈਨੂੰ ਬਚਾ ਕੇ ਰੱਖ, ਤਾਂ ਕਿ ਮੈਨੂੰ ਵਾਰ-ਵਾਰ ਇਹਨਾਂ ਵਿਕਾਰਾਂ ਦੇ ਵਿੱਚ ਪੈ ਕੇ ਆਪਣਾ ਆਪ ਗਵਾਉਣਾ ਨਾ ਪਵੇ, ਖੋਣਾ ਨਾ ਪਵੇ। ਕਿਉਂਕਿ ਅੰਦਰਲੇ ਜਿਹੜੇ ਵਿਕਾਰ ਨੇ ਨਾ, ਇਹ ਮਨੁੱਖ ਨੂੰ ਕੁੱਤਾ ਬਣਾ ਦਿੰਦੇ ਨੇ, ਉਹਦਾ ਜੀਵਨ ਬਰਬਾਦ ਕਰ ਦਿੰਦੇ। ਸਿਮਰਨ ਨਹੀਂ ਆਵਤ, ਫਿਰਤ ਮਦ ਮਾਵਤ, ਵਿਖਿਆ ਰਾਤਾ ਸੁਆਣ ਜੈਸੇ। ਵਿਖਿਆ ਰਾਤਾ, ਜਿਵੇਂ ਜ਼ਹਿਰ ਦੇ ਵਿੱਚ, ਲਾਲਚ ਦੇ ਵਿੱਚ ਲੱਗਿਆ ਹੋਇਆ ਕੁੱਤਾ ਫਿਰਦਾ ਰਹਿੰਦਾ ਨਾ, ਭਟਕਦਾ। ਸਤਿਗੁਰੂ ਕਹਿੰਦੇ ਬਿਨਾਂ ਸਿਮਰਨ ਤੋਂ ਮੇਰੀ ਇਹ ਹਾਲਤ ਹੋ ਚੁੱਕੀ ਆ। ਸਿਮਰਨ ਤੋਂ ਬਿਨਾਂ ਮੈਨੂੰ ਕੁਝ ਆਉਂਦਾ ਹੀ ਨਹੀਂ, ਸਿਮਰਨ ਮੇਰੇ ਜੀਵਨ ਵਿੱਚ ਨਹੀਂ ਆਇਆ। ਸਿਮਰਨ ਨਹੀਂ ਆਵਤ, ਫਿਰਤ ਮਦ ਮਾਵਤ, ਮਾਇਆ ਦੇ ਨਸ਼ਿਆਂ ਦੇ ਵਿੱਚ ਲੱਗ ਕੇ ਮੈਂ ਭਟਕਦਾ ਫਿਰ ਰਿਹਾ, ਜਿਵੇਂ ਇੱਕ ਲੋਭੀ ਕੁੱਤਾ ਜਿਹੜਾ ਥਾਂ ਥਾਂ ਦੇ ਉੱਤੇ ਭੱਖ ਅਭੱਖ ਸਭ ਖਾਏ ਦੀ ਗੱਲ ਹੈ। ਕਹਿੰਦੇ ਹਾਲਤ ਮੇਰੀ ਵੀ ਇਹੀ ਆ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਣ। ਕਹਿੰਦੇ ਬਾਹਰ ਦਾ ਤਾਂ ਗਿਆਨ ਧਿਆਨ ਇਸ਼ਨਾਨ ਹੈ, ਬਾਹਰੋਂ ਤਾਂ ਬਹੁਤ ਚੰਗਾ ਲੱਗਦਾ ਵੀ ਪਹਿਰਾਵਾ ਵੀ ਸਿੱਖੀ ਵਾਲਾ ਹੈ, ਕਕਾਰ ਵੀ ਪਹਿਨੇ ਹੋਏ ਨੇ, ਗੁਰਦੁਆਰੇ ਵੀ ਆਉਂਦਾ ਹੈ, ਪਾਠ ਵੀ ਪੜ੍ਹਦਾ ਹੈ, ਇਸ਼ਨਾਨ ਵੀ ਕਰਦਾ, ਸਾਫ ਸੁਥਰਾ ਵੀ ਰਹਿੰਦਾ, ਸਾਰਾ ਕੁਝ ਬਹੁਤ ਸੋਹਣਾ ਦੇਖਣ ਨੂੰ ਤਾਂ ਦਿਖਾਵੇ ਲਈ ਤਾਂ ਹੈ। ਪਰ ਅੰਤਰ ਵਿਆਪੈ ਲੋਭ ਸੁਆਣ, ਕਹਿੰਦੇ ਮਨੁੱਖ ਦੇ ਅੰਦਰ ਜਿਹੜਾ ਲਾਲਚੀ ਕੁੱਤਾ ਭੌਂਕ ਰਿਹਾ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ, ਹੈ ਤਾਂ ਮਨੁੱਖ ਪਰ ਕਰਤੂਤਾਂ ਪਸ਼ੂਆਂ ਵਾਲੀਆਂ ਨੇ। ਇਸੇ ਕਰਕੇ ਜਦੋਂ ਬੱਚੇ ਹਰਕਤਾਂ ਕਰਨੋਂ ਹਟਦੇ ਨੇ ਨਾ, ਟੱਪਦੇ ਨੇ, ਫਿਰ ਘਰ ਦੇ ਵਿੱਚ ਉਹਨਾਂ ਨੂੰ ਇੱਕ ਆਮ, ਕਿਉਂ ਬਾਂਦਰ ਵਾਂਗੂ ਟੱਪਦਾ ਫਿਰਦਾ, ਟੇਕੇ ਨਹੀਂ ਬੈਠਿਆ ਜਾਂਦਾ। ਹੁਣ ਬੱਚਾ ਬਾਂਦਰ ਥੋੜ੍ਹੀ ਹੈ, ਜਾਂ ਕੋਈ ਬਾਂਦਰ ਟੱਪਦਾ ਫਿਰਦਾ ਹੋਵੇ, ਛਲਾਂਗਾ ਮਾਰਦਾ ਫਿਰਦਾ ਹੋਵੇ, ਸੱਚੀ ਨਾ ਬਾਂਦਰ, ਉਹਨੂੰ ਕਦੇ ਕਿਸੇ ਨੇ ਕਿਹਾ ਵੀ ਤੂੰ ਕਿਉਂ ਬਾਂਦਰ ਬਣਿਆ? ਉਹ ਹੈ ਹੀ ਬਾਂਦਰ ਹੈ, ਉਹਨੂੰ ਕੋਈ ਕਹਿੰਦਾ ਹੀ ਨਹੀਂ, ਬੰਦੇ ਨੂੰ ਕਿਹਾ ਜਾਂਦਾ। ਕੋਈ ਨਸ਼ਾ ਕਰਕੇ ਗਲੀ ਦੇ ਵਿੱਚ ਲਿਟਿਆ ਪਿਆ, ਉਹਨੂੰ ਕਹਿੰਦਾ ਦੇਖ ਕਿਵੇਂ ਗਧੇ ਵਾਂਗੂ ਲਿਟਿਆ, ਖੇਹ ਦੇ ਵਿੱਚ ਖੇਡ ਆਉਂਦਾ ਫਿਰਦਾ। ਹੁਣ ਬੰਦਾ ਹੀ ਹੈ, ਪਰ ਉਹਦੀਆਂ ਕਰਤੂਤਾਂ ਜਿਹੜੀਆਂ ਨੇ ਉਹ ਪਸ਼ੂਆਂ ਵਾਲੀਆਂ ਨੇ, ਉਹ ਜਾਨਵਰਾਂ ਵਾਲੀਆਂ ਨੇ। ਅੰਦਰ ਜਾਨਵਰ ਬੈਠਾ, ਬਾਹਰੋਂ ਸਰੀਰ ਮਨੁੱਖ ਹੈ, ਅੰਦਰ ਜਾਨਵਰ ਹੈ। ਹੁਣ ਸਤਿਗੁਰੂ ਕਹਿੰਦੇ ਜਿਹੜਾ ਲਾਲਚੀ ਹੈ ਉਹ ਕੁੱਤਾ ਹੈ, ਲਾਲਚੀ ਹੈ ਉਹ ਕੁੱਤਾ ਹੈ। ਲੱਭ ਕੁੱਤਾ, ਕੂੜ ਚੂੜਾ, ਠੱਗ ਖਾਧਾ ਮੁਰਦਾ, ਲਾਲਚੀ ਕੁੱਤਾ ਪਿਆ। ਲਾਲਚ ਅੰਦਰ ਆ ਗਿਆ, ਕਹਿੰਦੇ ਤੂੰ ਜਾਨਵਰ ਹੈ। ਤੇ ਹੁਣ ਇਸ ਲਾਲਚ ਨੂੰ ਤੈਨੂੰ ਛੱਡਣਾ ਪੈਣਾ। ਅੰਤਰ ਅਗਨ ਬਾਹਰ ਤਨ ਸੁਆਹ, ਅੰਦਰ ਅੱਗ ਹੈ, ਬਾਹਰ ਤਨ ਤੇ ਸੁਆਹ ਮਲੀ ਫਿਰਦਾ। ਕਿਉਂਕਿ ਸੁਆਹ ਦੇ ਥੱਲੇ ਅੱਗ, ਕਹਿੰਦੇ ਆ ਨਾ ਸਿਆਣੇ ਵੀ ਅੰਦਰ ਅੱਗ ਜਿਹੜੀ ਆ ਜੇ ਰੱਖਣੀ ਹੋਵੇ ਰਾਤ ਨੂੰ ਤਾਂ ਸਵਾਹ ਦੇ ਨਾਲ ਢੱਕ ਦੇਵੋ, ਅੱਗ ਉਹਦੇ ਵਿੱਚ ਬਰਕਰਾਰ ਰਹਿੰਦੀ ਹੈ। ਸਵੇਰੇ ਕੱਢ ਕੇ ਅੱਗ ਦੇ ਨਾਲ ਫੇਰ ਅੱਗ ਮਚਾ ਲਵੋ। ਹੁਣ ਬਾਹਰੀ ਤਨ ਤੇ ਸਵਾਹ ਲਾ ਕੇ ਆਪਣੇ ਆਪ ਨੂੰ ਸਮਝਦਾ ਵੀ ਮੈਂ ਇਸ ਸਵਾਹ ਦੇ ਸਮਾਨ ਆ। ਜਿਹੜੀ ਸਵਾਹ ਲਾਉਣੀ ਆ ਨਾ ਆਪਦੇ ਆਪ ਨੂੰ, ਸਰੀਰ ਨੂੰ, ਜਿਵੇਂ ਜੋਗੀ ਲਾਉਂਦੇ ਹੁੰਦੇ ਸੀ, ਉਹਨਾਂ ਦਾ ਅਰਥ ਇਹ ਸੀ ਵੀ ਸਾਡਾ ਇਸ ਸੰਸਾਰ ਨਾਲ ਕੋਈ ਲੈਣਾ ਦੇਣਾ ਨਹੀਂ, ਸਾਡਾ ਸੰਬੰਧ ਪਰਮਾਤਮਾ ਨਾਲ ਵੀ। ਇਹ ਤਨ ਨੇ ਭਾਈ ਇਸ ਸਵਾਹ ਦੇ ਵਾਂਗੂ ਸਵਾਹ ਹੋ ਜਾਣਾ, ਇਸ ਕਰਕੇ ਅਸੀਂ ਪਹਿਲਾਂ ਹੀ ਸਵਾਹ ਮੱਥੇ ਤੇ ਮੜ ਲਈ, ਪਹਿਲਾਂ ਹੀ ਸਵਾਹ ਆਪਦੇ ਪਿੰਡੇ ਤੇ ਮੜ ਲਈ। ਹੁਣ ਸਤਿਗੁਰੂ ਕਹਿੰਦੇ ਸਿਰਫ ਦਿਖਾਵਾ ਏ, ਅੰਦਰ ਤਾਂ ਅੱਗ ਮੱਚੀ ਪਈ ਹੈ, ਅੰਦਰ ਤਾਂ ਅੱਗ ਹੈ ਵੀ ਮੈਥੋਂ ਵੱਧ ਕੌਣ ਕੋਈ ਹੋ ਸਕਦਾ, ਮੇਰੇ ਵਰਗਾ ਕੌਣ ਹੋ ਸਕਦਾ, ਮੇਰੇ ਜਿੰਨੀ ਭਗਤੀ ਕੌਣ ਕਰ ਸਕਦਾ, ਮੇਰੇ ਜਿੰਨਾ ਪਾਠ ਪੂਜਾ ਕੌਣ ਕਰ ਸਕਦਾ, ਮੇਰੇ ਜਿੰਨਾ ਧਰਮੀ ਕੌਣ ਹੋ ਸਕਦਾ, ਮੇਰੇ ਜਿੰਨਾ ਤੀਰਥਾਂ ਦੀ ਯਾਤਰਾ ਕੌਣ ਕਰ ਸਕਦਾ। ਕਿਉਂਕਿ ਅੰਦਰ ਹੰਕਾਰ ਹੈ, ਅੰਦਰ ਅੱਗ ਹੰਕਾਰ ਦੀ ਮੱਚ ਰਹੀ ਹੈ, ਬਾਹਰੀ ਸਵਾਹ ਲਾਈ ਹੋਈ ਹੈ ਤਨ ਦੇ ਉੱਤੇ, ਪਹਿਰਾਵਾ ਹੈ, ਦਿਖਾਵਾ ਹੈ ਸਿਰਫ। ਗਲ ਪਾਥਰ ਕੈਸੇ ਤਰੇ ਅਥਾ, ਗਲ ਦੇ ਵਿੱਚ ਪੱਥਰ ਵੀ ਲਮਕਾਇਆ ਵੀ ਮੈਂ ਧਰਮੀ ਹਾਂ, ਰੁਦਰਾਕਸ਼ ਪਾਏ ਹੁੰਦੇ ਆ ਨਾ, ਜਾਂ ਕੋਈ ਹੋਰ ਪੱਥਰ, ਸਾਲਗ੍ਰਾਮ ਪਾਇਆ ਹੁੰਦਾ, ਸਾਲਗ੍ਰਾਮ ਵੀ ਪੂਜ ਮਨਾਵੋ, ਸੁਕਰਤ ਤੁਲਸੀ ਮਾਲਾ। ਤੇ ਹੁਣ ਪਰ ਹੈ ਕੀ, ਕਹਿੰਦੇ ਕੈਸੇ ਤਰੇ ਅਥਾ, ਇਹ ਅਥਾ ਡੂੰਘਾਈ ਵਾਲਾ ਸੰਸਾਰ ਸਮੁੰਦਰ ਜਦੋਂ ਗਲ ਦੇ ਵਿੱਚ ਹੀ ਤੂੰ ਪੱਥਰ ਪਾਈ ਬੈਠਾ, ਤਰੇਂਗਾ ਕਿਵੇਂ, ਡੁੱਬ ਜਾਵੇਂਗਾ। ਕਿਉਂਕਿ ਪੱਥਰ ਕਦੇ ਤਰਦੇ ਨਹੀਂ ਹੁੰਦੇ, ਡੁੱਬ ਜਾਂਦੇ। ਹਾਂ, ਤੇਰਾ ਮਨ ਰੂਪੀ ਜਿਹੜਾ ਪੱਥਰ ਹੈ ਨਾ,
ਇਸ ਨੂੰ ਸਤਿਗੁਰੂ ਦੇ ਹਵਾਲੇ ਕਰ ਦੇ। ਸਤਿਗੁਰੂ ਇਸ ਪੱਥਰ ਨੂੰ ਫੁੱਲ ਬਣਾ ਦੇਣਗੇ, ਕੋਮਲ ਬਣਾ ਦੇਣਗੇ, ਹੌਲਾ ਕਰ ਦੇਣਗੇ। ਤੇ ਜਦੋਂ ਮੰਨ ਲਿਆ ਵੀ ਤੂੰ ਭਾਰੋ ਠਾਕੁਰ ਸੁਆਮੀ ਮੋਰਾ, ਵੀ ਤੂੰ ਇਹ ਸੱਚੇ ਪਾਤਸ਼ਾਹ ਮੇਰਾ ਸਭ ਤੋਂ ਵੱਡਾ ਸ੍ਰੇਸ਼ਟ ਸੁਆਮੀ ਹੈ, ਮੈਨੂੰ ਤਾਰ ਲੈ, ਫਿਰ ਸਤਿਗੁਰੂ ਕਿਰਪਾ ਕਰ ਦੇਣਗੇ, ਤਾਰ ਲੈਣਗੇ। ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਜਿਸ ਦੇ ਅੰਦਰ ਪ੍ਰਮਾਤਮਾ ਵਸ ਜਾਂਦਾ ਹੈ, ਉਹਦੇ ਅੰਦਰ ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਹਿਜ ਸਮਾ ਜਾਂਦਾ ਹੈ, ਸਹਿਜ ਵਸ ਜਾਂਦਾ ਹੈ। ਨਹੀਂ ਤੇ ਨਹੀਂ ਵਸੇਗਾ, ਕਿਉਂਕਿ ਮਨੁੱਖ ਵਿਕਾਰਾਂ ਵਿੱਚ ਹੈ। ਇੱਕ ਥਾਂ ਤੇ ਪਾਤਸ਼ਾਹ ਜੀ ਹੋਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਕਦੋਂ? ਜਦੋਂ ਉਸ ਮਾਲਕ ਪਰਮਾਤਮਾ ਨੂੰ ਅਸੀਂ ਧਿਆ ਲਵਾਂਗੇ। 12 ਮਾਹ ਦੇ ਵਿੱਚੋਂ ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਫੇਰ ਹੀ ਉਤਰੇਗਾ ਨਾ। ਜਨਮ ਕਰਮ ਮਲ ਉਤਰੈ, ਜਿਹੜੀ ਕਰਮਾਂ ਕਰਕੇ ਇਸ ਜਨਮ ਦੇ ਵਿੱਚ ਮੈਲ ਚੜੀ ਹੋਈ ਹੈ ਉਹ ਉਤਰ ਜਾਵੇਗੀ। ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆ। ਕਹਿੰਦੇ ਸ਼ਾਹ ਕਾਲਾ ਹੋਇਆ ਪਿਆ ਇਹ ਮਨ, ਇਹਨੂੰ ਕਿੰਨਾ ਸਮਾਂ ਹੋ ਗਿਆ, ਹਰੇਕ ਸਵਾਸ ਦੇ ਨਾਲ ਕੀਤੇ ਸਾਡੇ ਕਰਮ ਦੀ ਮੈਲ ਲੱਗਦੀ ਜਾ ਰਹੀ ਹੈ। ਇੰਨੀ ਕੋ ਮੈਲ ਲੱਗ ਗਈ ਵੀ ਇਹ ਸ਼ਾਹ ਕਾਲਾ ਹੋ ਗਿਆ। ਹੁਣ ਕਾਲੇ ਮਨ ਨੂੰ ਸਾਫ਼ ਕਰਨਾ ਉਹ ਕਿਵੇਂ ਹੋਵੇਗਾ? ਸਤਿਗੁਰੂ ਦੇ ਨਾਮ ਵਿੱਚ ਜੁੜਿਆ। ਇੱਕ ਕੋਲਾ ਹੈ ਨਾ, ਭਾਈ ਵੀਰ ਸਿੰਘ ਜੀ ਨੇ ਉਦਾਹਰਨ ਦਿੱਤੀ ਹੈ, ਕਹਿੰਦੇ ਕੋਲਾ ਹੈ, ਕਹਿੰਦੇ ਦੁੱਧ ਦਹੀਂ ਵਿੱਚ ਪਾਇਆ ਕੋਲਾ, ਸਾਬਣ ਲਾ ਲਾ ਧੋਤਾ। ਕਹਿੰਦੇ ਦੁੱਧ ਵਿੱਚ ਵੀ ਪਾਇਆ ਵੀ ਰੰਗ ਵਟ ਜਾਵੇ ਨਾ, ਕਹਿੰਦੇ ਫਿਰ ਵੀ ਉਸਨੇ ਰੰਗ ਨਹੀਂ ਵਟਾਇਆ, ਕਾਲੇ ਦਾ ਕਾਲਾ ਰਿਹਾ। ਦੁੱਧ ਵਿੱਚ ਵੀ ਪਾਇਆ, ਦਹੀਂ 'ਚ ਵੀ ਪਾਇਆ, ਸਾਬਣ ਵੀ ਲਾਇਆ, ਸਰਫ ਵੀ ਲਾਇਆ ਵੀ ਇਹਦੀ ਕਾਲਸ ਲੈ ਜਾਵੇ, ਇਹਦੀ ਕਾਲਸ ਮਿਟ ਜਾਵੇ। ਕਹਿੰਦੇ ਸਾਰਾ ਕੁਝ ਕਰ ਕਰਕੇ ਵੇਖ ਲਿਆ, ਪਰ ਕਿਸੇ ਸਿਆਣੇ ਨੇ ਦੱਸ ਦਿੱਤਾ ਫਿਰ ਕੋਲੋਂ ਲੰਘ। ਕਹਿੰਦੇ ਕੀ ਕਰੀ ਜਾਂਦਾ? ਕਹਿੰਦਾ ਜੀ ਆਹ ਕੋਲੇ ਨੂੰ ਮੈਂ ਸਾਫ਼ ਕਰਨਾ, ਇਹਨੂੰ ਰੰਗ ਦੇਣਾ ਇਹਦਾ ਵਾਪਸ, ਇਹਨੂੰ ਰੰਗ ਚਾੜਨਾ, ਇਹਦੀ ਕਾਲਸ ਦੂਰ ਕਰਨੀ ਹੈ। ਕਹਿੰਦੇ ਕੀ ਕੀਤਾ? ਕਹਿੰਦਾ ਜੀ ਦਹੀਂ ਵਿੱਚ ਵੀ ਪਾ ਕੇ ਰੱਖਿਆ, ਦੁੱਧ ਦੇ ਨਾਲ ਵੀ ਧੋਤਾ, ਲੱਸੀ ਨਾਲ ਵੀ ਧੋਤਾ, ਪਰ ਇਹਨੇ ਰੰਗ ਨਹੀਂ ਵਟਾਇਆ। ਸਾਬਣ ਸਰਫ ਮੈਂ ਸੁਣਿਆ ਸੀ ਵੀ ਸਾਬਣ ਮੈਲ ਕਾਲਸ ਦੂਰ ਕਰ ਦਿੰਦੀ ਆ ਕੱਪੜਿਆਂ ਦੇ ਵਿੱਚੋਂ, ਮੈਂ ਸਾਬਣ ਵੀ ਲਾਈ, ਸਰਫ ਵੀ ਲਾਇਆ, ਸ਼ੈਂਪੂ ਵੀ ਵਰਤਿਆ, ਸਾਰਾ ਕੁਝ ਵਰਤਿਆ, ਪਰ ਇਹ ਸਾਫ਼ ਨਹੀਂ ਹੋਇਆ, ਕਾਲੇ ਦਾ ਕਾਲਾ ਹੀ ਆ। ਕਹਿੰਦੇ ਇੱਦਾਂ ਕਰ, ਫਿਰ ਇੱਕ ਕੰਮ ਹੋਰ ਕਰ ਲੈ। ਕਹਿੰਦਾ ਵੀ ਸਾਰਾ ਕੁਝ ਤਾਂ ਕਰਕੇ ਵੇਖ ਲਿਆ, ਹੋਰ ਕੀ ਕਰਾਂ? ਕਹਿੰਦੇ ਮੰਨ ਵੀ ਲੈ, ਕਰਕੇ ਦੇਖ ਲੈ। ਕਹਿੰਦਾ ਠੀਕ ਹੈ। ਕਹਿੰਦੇ ਇੱਦਾਂ ਕਰ, ਅੱਗ ਬਾਲ, ਅੱਗ ਦੇ ਵਿੱਚ ਰੱਖ ਇਹਨੂੰ, ਫਿਰ ਦੇਖੀ ਕਾਲਸ ਲੈਂਦੀ ਆ ਕਿ ਚੜ੍ਹਦੀ ਹੈ ਇਹਨੂੰ। ਨੇੜੇ ਅੱਗ ਦੇ ਕਰਕੇ ਦੇਖਿਆ ਤਾਂ ਚੜ੍ਹਿਆ ਰੂਪ ਸਵਾਇਆ। ਕਹਿੰਦੇ ਜਦੋਂ ਅੱਗ ਦੇ ਨੇੜੇ ਕੀਤਾ ਨਾ, ਕਹਿੰਦੇ ਉਹ ਕਾਲਸ ਉਹਦੀ ਚਲੀ ਗਈ, ਉਹ ਲਾਲੋ ਲਾਲ ਹੋ ਗਿਆ। ਤੇ ਲਾਲ ਰੰਗ ਤਿਸਕੇ ਲੱਗਾ ਜਿਸਕੇ ਬੜ ਭਾਗਾ। ਇਹ ਲਾਲ ਰੰਗ ਉਹਨਾਂ ਨੂੰ ਲੱਗਦਾ ਜਿਨ੍ਹਾਂ ਦੇ ਵੱਡੇ ਭਾਗ ਨੇ। ਲਾਲ ਰੰਗ ਸੱਚੇ ਪ੍ਰਮਾਤਮਾ ਦਾ ਨਾਮ ਰੰਗ। ਤੇ ਜਦੋਂ ਉਹ ਨਾਮ ਰੰਗ ਲੱਗ ਜਾਂਦਾ, ਫਿਰ ਅੰਦਰ ਜਿਹੜੀ ਆ ਨਾ ਸ਼ਾਂਤ ਆ ਜਾਂਦੀ ਆ, ਫਿਰ ਮਨ ਜਿਹੜਾ ਏ ਉਹ ਤ੍ਰਿਪਤ ਹੋ ਜਾਂਦਾ ਹੈ। ਹੁਣ ਮਾਘ ਮਹੀਨੇ ਦੀ ਵਿਚਾਰ ਤੋਂ ਇਹ ਸਾਨੂੰ ਦੱਸਿਆ ਵੀ ਮਾਘ ਦਾ ਮਹੀਨਾ ਨਾ ਜੇਕਰ ਚੜ੍ਹਿਆ, ਤੂੰ ਇਹ ਮਾਘ ਮਹੀਨੇ ਤੋਂ ਸਮਝ ਲੈ। ਗੁਰਬਾਣੀ ਦੇ ਵਿੱਚ 7 ਵਾਰਾਂ ਨੇ, ਕੱਲੇ ਕੱਲੇ ਵਾਰ ਦੇ ਨਾਲ ਸਮਝਾਇਆ ਗਿਆ ਵੀ 7 ਵਾਰਾਂ ਦੇ ਨਾਲ ਤੂੰ ਸਮਝ ਲੈ ਸੋਮਵਾਰ ਕੀ ਕਰਨਾ, ਮੰਗਲਵਾਰ ਕੀ ਕਰਨਾ, ਐਤਵਾਰ ਕੀ ਕਰਨਾ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਸਾਰਾ ਕੁਝ ਦੱਸਿਆ ਬਾਣੀ ਵਿੱਚ। ਪੜ੍ਹੋ ਤਾਂ ਸਹੀ, ਪੜ੍ਹੀਏ ਤਾਂ ਸਹੀ ਨਾ, ਫੇਰ ਹੀ ਪਤਾ ਲੱਗੇਗਾ ਵੀ ਕੀ ਲਿਖਿਆ। ਥਿੱਤਾਂ ਬਾਰੇ ਲਿਖਿਆ, ਵਾਰਾਂ ਬਾਰੇ ਲਿਖਿਆ, ਹਰੇਕ ਚੀਜ਼ ਬਾਰੇ ਸਤਿਗੁਰੂ ਨੇ ਸਾਨੂੰ ਗਿਆਨ ਬਖਸ਼ਿਆ ਵੀ ਕਿਸੇ ਵਹਿਮ ਭੁਲੇਖੇ ਵਿੱਚ ਨਾ ਰਵੀਂ। ਆ ਕੋਈ ਦਸਵੀਆਂ ਮਨਾਈ ਜਾਂਦਾ, ਕੋਈ 14 ਮੰਨੀ ਜਾਂਦਾ। ਗੁਰੂ ਪਾਤਸ਼ਾਹ ਜੀ ਨੇ ਕੱਲਾ ਕੱਲਾ ਦੱਸਿਆ, ਇਕਾਦਸ਼ੀ ਕੀ ਹੈ, ਦੂਜ ਕੀ ਹੈ, ਤੀਜ ਕੀ ਹੈ, ਚੌਥ ਕੀ ਹੈ। ਅਸੀਂ ਪੜ੍ਹੇ ਹੀ ਨਹੀਂ ਕਦੇ, ਅਸੀਂ ਪੜ੍ਹੇ ਹੀ ਨਹੀਂ, ਮਾਫੀ ਚਾਹੂੰਗਾ। ਅੱਜ ਤਾਂ ਸਿਰਫ ਇਕੱਲਾ ਡਾਇਰੀਆਂ ਜੰਤਰੀਆਂ ਚੱਕ ਕੇ ਪੰਡਤਾਂ ਵਾਲੀਆਂ ਲਿਖੀਆਂ ਹੋਈਆਂ ਕਹਾਣੀਆਂ ਪੜ੍ਹਨ ਜੋਗੇ ਹਾਂ। ਅਸੀਂ ਬਾਣੀ ਪੜ੍ਹੀ, ਬਾਬੇ ਨਾਨਕ ਨੂੰ ਅਸੀਂ ਪੜ੍ਹੇ ਹੀ ਨਹੀਂ ਕਦੇ। ਕਦੇ ਸੁਣਿਆ ਵੀ ਬਾਬੇ ਨਾਨਕ ਨੇ ਸਾਨੂੰ ਇਹ ਕੁਝ ਦੱਸਿਆ ਵੀ ਇਹ ਥਿੱਤਾਂ ਵਾਰਾਂ ਕੀ ਨੇ, ਇਹ ਜਿਹੜੀਆਂ ਇਕਾਦਸ਼ੀਆਂ, ਦੂਜ, ਤੀਜ, ਚੌਥ, ਪੰਚਮੀ ਹੈ, ਇਹ ਕੀ ਹੈ? ਅਸੀਂ ਪੜ੍ਹੇ ਹੀ ਨਹੀਂ ਕਦੇ। ਦੁਆਦਸ਼ੀ ਕੀ ਹੈ, ਦਸਵੀਂ।
ਇਸ ਨੂੰ ਬਾਣੀ ਵਿੱਚੋਂ ਅਸੀਂ ਪੜ੍ਹੀਏ, ਫਿਰ ਸਾਨੂੰ ਪਤਾ ਲੱਗੇਗਾ ਵੀ ਅਸਲ 'ਚ ਸਤਿਗੁਰੂ ਨੇ ਸਾਨੂੰ ਗਿਆਨ ਕੀ ਬਖਸ਼ਿਆ। ਇਵੇਂ 12 ਮਹੀਨਿਆਂ ਤੋਂ, ਇਹ 12 ਦੇਸੀ ਮਹੀਨੇ ਨੇ ਜਿਹੜੇ, ਉਹਨਾਂ ਤੋਂ ਗਿਆਨ ਬਖਸ਼ਿਆ ਗੁਰੂ ਪਾਤਸ਼ਾਹ ਜੀ ਨੇ। ਮਾਘ 'ਚ ਕੀ ਕਰਨਾ? ਕਹਿੰਦੇ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਕਹਿੰਦੇ ਮਾਘ ਦੇ ਮਹੀਨੇ ਵਿੱਚ ਸਤ ਸੰਗਤ ਵਿੱਚ ਬਹਿ ਕੇ ਸੰਗਤ ਦੀ ਧੂੜੀ ਦੇ ਵਿੱਚ ਇਸ਼ਨਾਨ ਕਰ। ਸੰਗਤ ਦੀ ਧੂੜੀ ਕੀ ਆ? ਜਿੱਥੇ ਪਿਆਰ ਤੇ ਪ੍ਰੇਮ ਵਰਸਦਾ ਹੈ, ਜਿੱਥੇ ਨਾਮ ਦੀ ਗੱਲ ਹੁੰਦੀ ਹੈ, ਜਿੱਥੇ ਰੱਬ ਦੀਆਂ ਗੱਲਾਂ ਹੁੰਦੀਆਂ, ਜਿੱਥੇ ਗੁਰੂ ਨੂੰ ਚੇਤਾ ਕੀਤਾ ਜਾਂਦਾ। ਉਸ ਗੁਰੂ ਦੀਆਂ ਬਵਾਣੀਆਂ ਕਹਾਣੀਆਂ ਹੀ ਫਿਰ ਚੰਗੇ ਲਾਇਕ ਪੁੱਤ ਬਣਾ ਦਿੰਦੀਆਂ ਨੇ। ਤੇਰੇ ਮਨ ਦੀ ਕਾਲਸ ਲਵੇਗੀ। ਇਸ਼ਨਾਨ ਕਰ ਆ ਕੇ ਸੰਗਤ ਵਿੱਚ। ਸਤਿਗੁਰੂ ਨੇ ਮਨਾ ਥੋੜ੍ਹੀ ਕੀਤਾ ਵੀ ਆ ਨਾ। ਕਹਿੰਦੇ ਤੂੰ ਜਿੱਡਾ ਮਰਜ਼ੀ ਮੈਲਾਂ, ਜਿੱਡਾ ਮਰਜ਼ੀ ਪਾਪੀਆਂ। ਇੱਥੇ ਤਾਂ ਬਿਧੀ ਚੰਦ ਸ਼ੀਨਾ ਵਰਗੇ ਜਿਹੜੇ ਚੋਰ ਸੀ, ਗੁਰੂ ਨੇ ਉਹ ਬਖਸ਼ ਦਿੱਤੇ, ਤਾਰ ਦਿੱਤੇ। ਕੱਲ ਆਪਾਂ ਗੱਲ ਕੀਤੀ ਸੀ ਭੂਮੀਏ ਦੀ, ਇੱਥੇ ਤਾਂ ਭੂਮੀਏ ਵਰਗੇ ਬਖਸ਼ ਦਿੱਤੇ। ਇੱਥੇ ਤਾਂ ਜਿਹੜੇ ਇਨਸਾਨ ਨੂੰ ਕੌਡਾ ਨਾਂ ਸੀ ਉਹਦਾ, ਭੀਲ ਜਾਤੀ ਦਾ ਸੀ, ਆਦਿਵਾਸੀ ਜੰਗਲਾਂ ਦੇ ਵਿੱਚ ਰਹਿਣ ਵਾਲੇ ਲੋਕ, ਤੇ ਉਹਨੂੰ ਕੀ ਕਹਿੰਦੇ? ਰਾਖਸ਼ ਕਿਹਾ ਜਾਂਦਾ ਸੀ। ਰਾਖਸ਼ ਕਿਉਂ ਕਿਹਾ ਜਾਂਦਾ ਸੀ? ਉਹ ਜਾਨਵਰ ਵੀ ਖਾ ਜਾਂਦਾ ਸੀ, ਬੰਦੇ ਵੀ ਖਾ ਜਾਂਦਾ ਸੀ, ਕਿਉਂਕਿ ਲੁੱਟਦਾ ਸੀ, ਲੁਟੇਰਾ ਸੀ। ਪਰ ਜਦੋਂ ਨਾਨਕ ਮਿਲ ਗਿਆ ਤੇ ਨਾਨਕ ਨੂੰ ਵੇਖ ਕੇ, ਸਾਹਮਣੇ ਪਰਖ ਕੇ, ਤੇ ਉਹ ਨਾਨਕ ਫਿਰ ਉਹ ਰਾਖਸ਼ ਨਹੀਂ ਰਿਹਾ, ਉਹ ਸੱਚਾ ਸੁੱਚਾ ਦੇਵਤਾ ਬਣ ਗਿਆ। ਜਿਨ ਮਾਨਸ ਤੇ ਦੇਵਤੇ ਕੀਏ, ਇਹ ਗੁਰੂ ਕੋਲੇ ਤਾਕਤ ਹੈ। ਉਹ ਮਨੁੱਖਾਂ ਤੋਂ ਦੇਵਤੇ ਬਣਾ ਦਿੰਦਾ। ਰਾਖਸ਼ਾਂ ਤੋਂ ਦੇਵਤੇ ਤਾਂ ਬਣਾਉਣੇ ਹੀ ਬਣਾਉਣੇ ਨੇ, ਉਹ ਮਨੁੱਖਾਂ ਤੋਂ ਵੀ ਦੇਵਤੇ ਬਣਾ ਦਿੰਦਾ। ਦੈਵੀ ਗੁਣ ਅੰਦਰ ਬਖਸ਼ ਦਿੰਦਾ। ਦੇਵਤੇ ਦਾ ਅਰਥ ਹੈ ਦੈਵੀ ਗੁਣਾਂ ਵਾਲਾ, ਜਿਹਦੇ ਅੰਦਰ ਚੰਗਿਆਈਆਂ ਆ ਜਾਂਦੀਆਂ ਨੇ, ਜਿਹਦੇ ਅੰਦਰ ਚੰਗੇਰਾਪਣ ਆ ਜਾਂਦਾ, ਚੰਗੇ ਕਰਮ ਆ ਜਾਂਦੇ ਨੇ, ਮੈਲ ਤੋਂ ਰਹਿਤ ਹੋ ਜਾਂਦਾ, ਉਸ ਨੂੰ ਦੇਵਤਾ ਕਿਹਾ ਜਾਂਦਾ। ਕਰਤ ਨਾ ਲਾਗੀ ਵਾਰ। ਥੋੜ੍ਹਾ ਜਿਹਾ ਸਮਾਂ ਵੀ ਨਹੀਂ ਲੱਗਦਾ, ਪਰ ਸਾਨੂੰ ਵੀ ਉਹਦੇ 'ਤੇ ਭਰੋਸਾ ਕਰਨਾ ਪਵੇਗਾ, ਫਿਰ ਹੀ ਸਤਿਗੁਰੂ ਦੀ ਬਖਸ਼ਿਸ਼ ਹੋਵੇਗੀ। ਕਹਿੰਦੇ ਇਸ ਕਰਕੇ ਤੂੰ ਇਸ ਜਨਮ ਦੇ ਵਿੱਚ ਉਸ ਸੱਚੇ ਦਾਤੇ ਦੇ ਉੱਤੇ ਟੇਕਾ ਰੱਖ, ਤਾਂ ਕਿ ਤੈਨੂੰ ਇਹ ਸੱਚੀ ਸੰਗਤ ਹੈ ਜਿਹੜੀ ਮਿਲ ਜਾਵੇ, ਜਿਸ ਸੰਗਤ ਦੇ ਵਿੱਚ ਬੈਠ ਕੇ ਤੈਨੂੰ ਸਿਮਰਨ ਵੀ ਮਿਲ ਜਾਵੇ। ਇਹ ਮਾਇਆ ਦੇ ਨਸ਼ਿਆਂ ਤੋਂ ਤੂੰ ਬਚ ਜਾਵੇਂ। ਵਿਖਿਆ ਦੀ ਜ਼ਹਿਰ ਦੇ ਵਿੱਚ ਲਾਲਚੀ ਕੁੱਤੇ ਦੇ ਵਾਂਗੂ ਨਾ ਭੱਜਿਆ ਫਿਰੇ। ਇਨਸਾਨ ਬਣ ਕੇ ਰਵੇਂ, ਨਾ ਕਿ ਜਾਨਵਰ। ਇਹਦੇ ਲਈ ਕੀ ਕਰ? ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਸਮਝਾਉਂਦੇ ਨੇ, ਕਹਿੰਦੇ ਗੁਰਮੂਰਤ ਕਰ ਧਿਆਨ ਸਦਾ ਹਜੂਰ ਹੈ। ਕਹਿੰਦੇ ਅੰਦਰ ਮਨ ਵੀ ਉਸ ਸੱਚੇ ਗੁਰੂ ਵੱਲ ਧਿਆਨ ਕਰ, ਜਿਹੜਾ ਸਦਾ ਅੰਗ ਸੰਗ ਹੈ, ਹਜੂਰ ਹੈ ਤੇਰੇ। ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ। ਉਹ ਗੁਰਮੁਖ ਦੇ ਕੋਲੇ ਗਿਆਨ ਬਣ ਕੇ ਰਹਿੰਦਾ, ਗੁਰੂ ਅੰਦਰ ਚਾਨਣ ਬਣ ਕੇ ਰਹਿੰਦਾ, ਉਹ ਨੇੜੇ ਹੈ, ਦੂਰ ਨਹੀਂ ਹੈ। ਪੂਰਬ ਲਿਖਤ ਨਿਸ਼ਾਨ ਕਰਮ ਅੰਕੂਰ ਹੈ। ਜਿਹੜੇ ਤੇਰੇ ਕਰਮ ਨੇ ਉਹ ਅੰਗੂਰ ਪੁਰਬ ਲਿਖੇ ਅਨੁਸਾਰ ਪ੍ਰਗਟ ਹੁੰਦੇ ਨੇ, ਫੁੱਟਦੇ ਨੇ। ਜਿਵੇਂ ਕਲੀਆਂ ਫੁੱਟਦੀਆਂ ਹੁੰਦੀਆਂ ਨਾ, ਇੱਕ ਰੁੱਖ ਟਹਿਣੀ ਲਾਏ ਤੋਂ ਉਹਦੇ ਪੱਤੇ ਨਿਕਲਦੇ ਨੇ, ਅੰਗੂਰੀਆਂ ਫੁੱਟਦੀਆਂ ਨੇ। ਕਹਿੰਦੇ ਉਵੇਂ ਤੇਰੇ ਅੰਦਰੋਂ ਗਿਆਨ ਦੇ ਜਿਹੜੇ ਗੁਰੂ ਕੋਲੇ ਆ ਨਾ, ਤੇਰੇ ਜਦੋਂ ਗਿਆਨ, ਉਹਦੇ ਨਾਲ ਤੇਰੇ ਅੰਦਰੋਂ ਚੰਗਿਆਈ ਦੀਆਂ ਟਹਿਣੀਆਂ ਫੁੱਟਣਗੀਆਂ। ਗੁਰ ਸੇਵਾ ਪ੍ਰਧਾਨ ਸੇਵਕ ਸੂਰ ਹੈ। ਕਹਿੰਦੇ ਉਹ ਗੁਰੂ ਸੇਵਾ ਦੇ ਵਿੱਚ ਪ੍ਰਧਾਨ ਹੋ ਜਾਂਦਾ ਹੈ, ਸੂਰਮਾ ਬਣ ਜਾਂਦਾ ਹੈ, ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ। ਪੂਰਨ ਪਰਮ ਨਿਧਾਨ ਸਦਾ ਭਰਪੂਰ ਹੈ। ਉਹ ਵੱਡਾ ਖਜ਼ਾਨਾ ਹੈ ਸਤਿਗੁਰੂ ਦਾਤਾ, ਜਿਹੜਾ ਕਦੇ ਖਾਲੀ ਨਹੀਂ ਹੁੰਦਾ। ਜਿੱਥੇ ਨੰਨੇ ਸਿਹਾਰੀ ਧੱਦੇ ਕੰਨਾ ਨੰਨਾ ਆਵੇਗਾ ਨਾ, ਨਿਧਾਨ ਉਹਦਾ ਅਰਥ ਹੈ ਖਜ਼ਾਨਾ। ਜਿੱਥੇ ਨੰਨੇ ਸਿਹਾਰੀ ਦੱਦੇ ਕੰਨਾ ਨੰਨਾ ਆਵੇਗਾ, ਨਿਦਾਨ ਉਹਦਾ ਅਰਥ ਹੈ ਅੰਤ, ਨਵੇੜਾ। ਇੱਥੇ ਨਿਧਾਨ ਹੈ ਧੱਦੇ ਨਾਲ, ਇਹਦਾ ਅਰਥ ਹੈ ਖਜ਼ਾਨਾ। ਉਹ ਮਾਲਕ ਉਸ ਖਜ਼ਾਨਿਆਂ ਦਾ ਮਾਲਕ ਹੈ ਜਿਹੜੇ ਕਦੇ ਖਾਲੀ ਨਹੀਂ ਹੁੰਦੇ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਕਹਿੰਦੇ ਜੇਕਰ ਦੁਨੀਆ ਦਾ ਸਭ ਤੋਂ ਵੱਡਾ ਨੂਰ ਵੇਖਣਾ ਨਾ, ਇਲਾਹੀ ਨੂਰ ਵੇਖਣਾ ਜੇ ਕਿਸੇ ਨੇ, ਤਾਂ ਉਹ ਸਤ ਸੰਗਤ ਦੇ ਵਿੱਚ ਹੈ, ਜਿੱਥੇ ਗੁਰੂ ਨੂੰ ਚੇਤਾ ਕੀਤਾ ਜਾਂਦਾ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ। ਜਿੱਥੇ ਇੱਕੋ ਨਾਮ ਦੀ ਵਰਖਾ ਹੁੰਦੀ ਹੈ, ਇੱਕੋ ਨਾਮ ਨੂੰ ਚੇਤਾ ਕੀਤਾ ਜਾਂਦਾ, ਉਹਦੇ ਗੁਣ ਗਾਏ ਜਾਂਦੇ ਨੇ, ਉਹਦੀਆਂ ਵਡਿਆਈਆਂ ਨੂੰ ਵਿਚਾਰਿਆ ਜਾਂਦਾ ਹੈ, ਉਹ ਸਤ ਸੰਗਤ ਹੈ। ਅਤੇ ਸਤ ਸੰਗਤ ਦੇ ਵਿੱਚ ਫਿਰ ਇਲਾਹੀ ਨੂਰ ਵਰਸਦਾ ਏ, ਇਲਾਹੀ ਨੂਰ, ਜਿੱਥੇ ਜਾ ਕੇ ਮਨ ਆਨੰਦ ਚਿੱਤ ਹੋ ਜਾਂਦਾ ਹੈ।
ਲੱਖ ਲੱਖ ਸਸੀ ਅਰ ਭਾਣ ਕਿਰਨ ਠਰੂਰ ਹੈ। ਸਤ ਸੰਗਤ ਦੇ ਪ੍ਰਕਾਸ਼ ਦੇ ਸਾਹਮਣੇ, ਨੂਰ ਦੇ ਸਾਹਮਣੇ ਲੱਖਾਂ ਲੱਖਾਂ ਸੂਰਜ ਚੜ੍ਹ ਜਾਣ, ਉਹਨਾਂ ਦੀ ਰੌਸ਼ਨੀ ਘਟ ਜਾਂਦੀ ਹੈ, ਨੂਰ ਦੀ ਰੌਸ਼ਨੀ ਵੱਧ ਜਾਂਦੀ। ਸਤ ਸੰਗਤ ਦੀ ਏਡੀ ਵੱਡੀ ਮਹਾਨਤਾ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਬਾਣੀ ਵਿੱਚ ਵੀ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸੰਗਤ ਦੇ ਵਿੱਚ ਪਰਮਾਤਮਾ ਵਸਦਾ ਹੈ, ਸੰਗਤ ਦੇ ਵਿੱਚ। ਇਸੇ ਕਰਕੇ ਹੀ ਕਿਹਾ ਵਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ। ਜਨ ਉੱਥੇ ਮੁਕਤਾ ਹੈ, ਕਿਉਂਕਿ ਕੀ ਸੰਬੰਧਕ ਆ ਗਿਆ। ਜਿੱਥੇ ਜਾ ਕੇ ਸੰਗਤੀ ਰੂਪ ਦੇ ਵਿੱਚ ਅਰਦਾਸ ਹੁੰਦੀ ਹੈ ਨਾ, ਉਸ ਅਰਦਾਸ ਨੂੰ ਸੁਣਨ ਵਾਲਾ ਸੰਗਤ ਵਿੱਚ ਵਿਰਾਜਮਾਨ ਪਰਮਾਤਮਾ ਹੁੰਦਾ ਹੈ। ਇਸੇ ਕਰਕੇ ਕਹਿੰਦੇ ਆ ਸਤ ਸੰਗੀ ਜਾਣਾ ਨਾ ਜਿਹੜਾ, ਉਹਦੀ ਕਦੇ ਅਰਦਾਸ ਵਿਅਰਥ ਨਹੀਂ ਜਾਂਦੀ। ਉਹਦੀ ਕੀਤੀ ਹੋਈ ਮਨੋ ਭਾਵਨਾਵਾਂ ਕਦੇ ਵਿਅਰਥ ਨਹੀਂ ਜਾਂਦੀਆਂ। ਠੀਕ ਹੈ, ਕੋਈ ਸਾਨੂੰ ਆ ਕੇ ਕਹਿ ਦਿੰਦਾ ਵੀ ਸਿੰਘ ਜੀ ਤੁਸੀਂ ਅਰਦਾਸ ਕਰ ਦਿਓ, ਗ੍ਰੰਥੀ ਸਿੰਘ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ, ਅਸੀਂ ਅਰਦਾਸ ਕਰ ਦੇਵਾਂਗੇ, ਕਿਉਂਕਿ ਅਰਦਾਸ ਦੇ ਲਫ਼ਜ਼ ਨੇ ਜਿਹੜੇ ਅਸੀਂ ਉਹ ਬੋਲ ਕੇ ਦੱਸ ਦੇਣੇ ਨੇ। ਤੁਹਾਡੇ ਤੋਂ ਪੁੱਛ ਲੈਣਾ ਵੀ ਕੀ ਅਰਦਾਸ ਕਰਨੀ ਹੈ ਜੀ, ਆਹ ਅਰਦਾਸ ਹੈ। ਪਰ ਜਿਹੜੇ ਕੋਈ ਦੁੱਖ ਤਕਲੀਫ ਦੀ ਅਰਦਾਸ ਕਰਨੀ ਹੈ, ਸੱਚ ਜਾਣਿਓ ਉਹ ਦੂਜਾ ਬੰਦਾ ਦੁੱਖ ਤਕਲੀਫ ਸਮਝ ਨਹੀਂ ਸਕਦਾ। ਬੋਲ ਤਾਂ ਸਕਦਾ, ਦੱਸ ਦੂ ਵੀ ਜੀ ਬਿਮਾਰ ਹੈ, ਪਰ ਜਿਹੜੀ ਵੇਦਨਾ, ਜਿਹੜੀ ਪੁਕਾਰ ਸਾਡੇ ਅੰਦਰੋਂ ਆਪਣੇੋਂ ਨਿਕਲਣੀ ਹੈ ਨਾ, ਉਹ ਅਰਦਾਸ ਹੁੰਦੀ ਹੈ। ਬਾਕੀ ਤਾਂ ਚਲੋ ਸਾਡਾ ਇੱਕ ਧਾਰਮਿਕ ਫਰਜ਼ ਹੈ, ਕਿਉਂਕਿ ਮਨ ਬਲਵਾਨ ਵੀ ਤਾਂ ਕਰਨਾ ਹੈ। ਪਰ ਜਿਹੜੀ ਆਪਣੇ ਅੰਦਰਲੀ ਆਪਣੀ ਅਰਦਾਸ ਆ, ਜੀ ਕੀ ਬਿਰਥਾ ਹੋਏ, ਗੱਲ ਤਾਂ ਜੀ ਦੀ ਹੈ ਨਾ, ਅੰਦਰੋਂ ਜਿੰਦ ਚਾਹੁੰਦੀ ਹੈ ਜੇਕਰ, ਤੇ ਆਪੇ ਅਰਦਾਸ ਕਰ ਸਤਿਗੁਰੂ ਅੱਗੇ। ਕੋਈ ਗੱਲ ਨਹੀਂ, ਕੋਈ ਲਫ਼ਜ਼ ਜ਼ਰੂਰੀ ਨਹੀਂ ਵੀ ਲਫ਼ਜ਼ ਕੀ ਵਰਤਣੇ, ਉਹ ਤਾਂ ਸਤਿਗੁਰੂ ਬਿਨ ਬੋਲਿਆ ਸਭ ਕੁਛ ਜਾਣਦਾ। ਤੇ ਜਿਹੜੇ ਅੰਦਰੋਂ ਸਾਡੇ ਆਪਣੇ ਲਫ਼ਜ਼ ਆਉਣੇ ਨਾ, ਦਿਲ ਦੀ ਧੜਕਣ ਤੋਂ, ਅੰਦਰੋਂ ਮਨ ਤੋਂ, ਸੱਚ ਜਾਣਿਓ ਉਹ ਸਤਿਗੁਰੂ ਦੇ ਪ੍ਰਵਾਨ ਕਰਨੇ ਆ। ਉੱਥੋਂ ਸਤਿਗੁਰੂ ਨੇ ਬਖਸ਼ਿਸ਼ ਕਰਨੀ ਹੈ। ਬਾਕੀ ਤਾਂ ਚਲੋ ਸਾਰਿਆਂ ਦੇ ਵਿੱਚ ਸੰਗਤੀ ਰੂਪ ਵਿੱਚ ਅਰਦਾਸ ਹੈ ਜਿਹੜੀ, ਉਹ ਤਾਂ ਸਰਬੱਤ ਦਾ ਭਲਾ ਮੰਗਦੇ ਹੀ ਆਪਾਂ। ਉਹ ਤਾਂ ਕਹਿਣੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਤਾਂ ਮੰਗਦੇ ਆ ਸਾਰਿਆਂ ਦਾ ਭਲਾ। ਸਾਰੇ ਕੌਣ ਨੇ? ਇਨਸਾਨ ਵੀ ਨੇ, ਜਾਨਵਰ ਵੀ ਨੇ, ਪਸ਼ੂ ਵੀ ਨੇ, ਪੰਛੀ ਵੀ ਨੇ। ਧਰਤੀ 'ਤੇ ਹੱਥ ਲਾਉਣੇ ਆ ਜਦੋਂ ਸਰਬੱਤ ਦਾ ਭਲਾ ਮੰਗਦੇ ਆ, ਭਾਵ ਕਿ ਧਰਤੀ ਦੇ ਵਿੱਚ, ਧਰਤੀ ਦੇ ਉੱਤੇ ਰਹਿਣ ਵਾਲੇ ਸਭਨਾਂ ਦਾ ਭਲਾ ਹੋਵੇ। ਇਹ ਹੱਥ ਲਾਉਣ ਦਾ ਮਤਲਬ ਹੈ ਵੀ ਸਭਨਾਂ ਦਾ ਭਲਾ ਹੋਵੇ। ਤੇ ਜਦੋਂ ਸਭਨਾਂ ਦਾ ਭਲਾ ਮੰਗ ਲਿਆ, ਫਿਰ ਦੁਸ਼ਮਣ ਕੌਣ, ਬੈਰੀ ਕੌਣ ਤੇ ਮਿੱਤਰ ਕੌਣ? ਫਿਰ ਤਾਂ ਸਾਰੇ ਇੱਕ ਬਰਾਬਰ ਹੋ ਗਏ ਨਾ, ਸਮਾਨ ਹੋ ਗਏ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਉਹ ਸੰਗਤ ਦਾ ਨੂਰ ਹੈ ਜਿਹੜਾ ਕਦੇ ਘਟਦਾ ਨਹੀਂ। ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ। ਲੱਖਾਂ ਵੇਦਾਂ ਤੇ ਲੱਖਾਂ ਪੁਰਾਣਾਂ ਦਾ ਗਿਆਨ ਹੈ ਜਿਹੜਾ, ਉਹ ਸਤ ਸੰਗਤ ਦੇ ਵਿੱਚ ਜਪੇ ਹੋਏ ਨਾਮ ਦੇ ਬਰਾਬਰ ਨਹੀਂ ਹੈ। ਉਹ ਤੋਂ ਵੀ ਨੀਵਾਂ ਹੈ, ਘੱਟ ਹੈ। ਭਗਤ ਵਸ਼ਲ ਪ੍ਰਮਾਣ ਚਰਨਾ ਧੂਰ ਹੈ। ਐਸੇ ਸਤਿਗੁਰੂ ਦਾਤਾ ਜੀ ਕਹਿੰਦੇ ਨੇ ਵੀ ਉਹਨਾਂ ਚਰਨਾਂ ਦੀ ਧੂੜ ਹੈ, ਭਗਤਾਂ ਦੇ ਪਿਆਰੇ ਜਿਹੜੇ ਪਰਮੇਸ਼ਰ ਵੱਲੋਂ ਪ੍ਰਵਾਨ ਕੀਤੇ ਜਾਂਦੇ ਨੇ, ਉਹਨਾਂ ਦੇ ਚਰਨਾਂ ਦੀ ਧੂੜ, ਜਿਹਦੇ ਵਿੱਚ ਅਸੀਂ ਬੈਠ ਕੇ ਆਪਣੇ ਪਾਪਾਂ ਨੂੰ ਧੋਣਾ ਹੈ, ਆਪਣੇ ਪਾਪਾਂ ਨੂੰ ਧੋਣਾ ਹੈ। ਜਾਤ ਪਾਤ ਊਚ ਨੀਚ ਦੇ ਵਿਤਕਰੇ ਨੂੰ ਗੁਰੂ ਪਾਤਸ਼ਾਹ ਜੀ ਨੇ ਸਰੋਵਰ ਬਣਾ ਕੇ ਦੂਰ ਕੀਤਾ ਵੀ ਜਿਹੜਾ ਸੰਗਤ ਵਿੱਚ ਆਵੇਗਾ ਉਹ ਪਹਿਲਾਂ ਇਸ਼ਨਾਨ ਕਰਕੇ ਆਵੇ। ਕਿਉਂ? ਕਿਉਂਕਿ ਕਈ ਵੱਡੀ ਜਾਤ ਦੇ ਚੌਧਰੀ ਇਹ ਕਹਿੰਦੇ ਸੀ ਵੀ ਅਸੀਂ ਇਹਨਾਂ ਦੇ ਨਾਲ ਨਹਾਉਣਾ ਨਹੀਂ, ਅਸੀਂ ਇਹਨਾਂ ਦੇ ਤਣ 'ਤੇ ਲੱਗਿਆ ਹੋਇਆ ਪਾਣੀ ਨਹੀਂ ਵਰਤਣਾ, ਅਸੀਂ ਗੁਰੂ ਤੇਰੀ ਸੰਗਤ ਵਿੱਚ ਤਾਂ ਆ ਜਾਵਾਂਗੇ, ਬਹਿ ਜਾਵਾਂਗੇ, ਪਰ ਅਸੀਂ ਇਹਨਾਂ ਨਾਲ ਖਾਣਾ ਨਹੀਂ। ਇਸੇ ਕਰਕੇ ਪੰਗਤ ਦੀ ਪ੍ਰਥਾ ਚਲਾਈ। ਸਰੋਵਰ ਦੀ ਪ੍ਰਥਾ ਵੀ ਇਹੀ ਵੀ ਊਚ ਨੀਚ ਜਾਤ ਪਾਤ ਦਾ ਵਿਤਕਰਾ ਕੱਟਿਆ ਜਾਵੇ, ਦੂਰ ਹੋ ਜਾਵੇ। ਪਰ ਕਮਾਲ ਦੀ ਗੱਲ ਇਹ ਆ ਵੀ ਇੱਥੇ ਤਾਂ ਕਈ ਵਾਰ ਅੰਮ੍ਰਿਤ ਸੰਚਾਰ ਕਰਾਉਣ ਵੇਲੇ ਵੀ ਜਾਤਾਂ ਪਰਖੀਆਂ ਜਾਂਦੀਆਂ। ਅੰਮ੍ਰਿਤ ਸੰਚਾਰ ਵੇਲੇ ਵੀ ਜਿਹੜੇ ਆਪੂ ਬਣੇ ਵੱਡੇ ਵੱਡੇ ਡੇਰੇ ਖੋਲ੍ਹੀ ਬੈਠੇ ਨੇ ਨਾ, ਸੰਤ ਬਣੇ ਬੈਠੇ ਨੇ, ਇਹ ਪਰਖਦੇ ਨੇ ਜਾਤਾਂ ਪਾਤਾਂ। ਤੇਰੀ ਕਿਹੜੀ ਜਾਤ ਆ? ਫਲਾਨੀ ਜਾਤ ਆ, ਚੱਲ ਤੇਰਾ ਲੰਗਰ ਨਹੀਂ ਇੱਥੇ ਹੈਗਾ, ਤੇਰਾ ਲੰਗਰ ਉੱਧਰ ਆ। ਇੱਧਰ ਲੰਗਰ ਜ਼ਿਮੀਂਦਾਰਾਂ ਦਾ, ਇੱਧਰ ਲੰਗਰ ਦੂਜਿਆਂ ਦਾ। ਕਮਾਲ ਦੀ ਗੱਲ ਹੈ। ਇੱਥੇ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਸਿੱਖਾਂ ਦਾ, ਸਿੱਖ ਨੇ, ਉਹ ਤਾਂ ਪਤਾ ਹੀ ਨਹੀਂ ਜਾਤ ਕਿਹੜੀ ਹੈ। ਪੰਜ ਪਿਆਰੇ ਵੱਖਰੇ ਵੱਖਰੇ ਮਜ਼ਹਬਾਂ ਦੇ ਨੇ, ਵੱਖਰੀਆਂ ਵੱਖਰੀਆਂ ਜਾਤਾਂ ਦੇ ਨੇ, ਪਰ ਜਦੋਂ ਪੰਜ ਪਿਆਰੇ ਬਣ ਗਏ, ਗੁਰੂ ਕੇ ਸਿੱਖ ਬਣ ਗਏ, ਉਦੋਂ ਫਰਕ ਹੀ ਕੋਈ ਨਹੀਂ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਪੰਜਾਂ ਨੂੰ ਪਰਮੇਸ਼ਰ ਜਾਣਨਾ। ਉਹ ਐਵੇਂ ਨਹੀਂ ਕਿਹਾ ਸੀ।
ਜਾਤਾਂ ਪਾਤਾਂ ਵਿੱਚੋਂ ਅਸੀਂ ਵੀ ਬਾਹਰ ਨਿਕਲੀਏ। ਉਹ ਤਾਂ ਨਿਕਲਾਂਗੇ ਜਦੋਂ ਅਸੀਂ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਬਾਣੀ ਨੂੰ ਪੜ੍ਹਾਂਗੇ, ਵਿਚਾਰਾਂਗੇ, ਸੁਣਾਂਗੇ। ਔਦ ਬਿਹਾਵਤ ਅਧਿਕ ਮੁਹਾਵਤ ਪਾਪ ਕਮਾਵਤ ਬੁੱਢੇ ਐਸੇ। ਕਹਿੰਦੇ ਔਦ ਬਿਹਾਵਤ ਉਮਰ ਹੈ ਜਿਹੜੀ ਉਹ ਬੰਦਿਆ ਤੇਰੀ ਬੀਤਦੀ ਜਾ ਰਹੀ ਏ। ਉਮਰ ਦਾ ਜਿਹੜਾ ਬਹੁਤਾ ਲੰਮਾ ਪੰਧ ਹੈ ਉਹ ਨਿਕਲ ਗਿਆ ਹੈ, ਚਲਿਆ ਗਿਆ ਹੈ। ਤੇ ਅਧਿਕ ਮੁਹਾਵਤ, ਮੁਹਾਵਤ ਹੁੰਦਾ ਹੈ ਠੱਗਿਆ ਜਾਣਾ। ਕਹਿੰਦੇ ਅਧਿਕ ਬਹੁਤਾ ਜ਼ਿਆਦੇ ਤੂੰ ਇਸ ਸੰਸਾਰ ਦੀ ਮਾਇਆ ਦੇ ਵਿੱਚ ਠੱਗਿਆ ਜਾ ਚੁੱਕਿਆ ਹੈ, ਬਚ ਜਾ। ਪਾਪ ਕਮਾਵਤ, ਕਿਉਂਕਿ ਤੂੰ ਪਾਪ ਕਮਾ ਰਿਹਾ, ਉਸ ਮਾਇਆ ਦੇ ਵਿੱਚ ਲੁੱਟਿਆ ਗਿਆ, ਠੱਗਿਆ ਗਿਆ, ਪਾਪ ਕਮਾਉਣ ਲੱਗ ਪਿਆ। ਬੁੱਢੇ ਐਸੇ, ਤੇਰਾ ਜਨਮ ਹੈ ਜਿਹੜਾ ਉਹ ਇਉਂ ਹੀ ਡੁੱਬਦਾ ਜਾ ਰਿਹਾ ਹੈ। ਸੰਸਾਰ ਸਮੁੰਦਰ ਦੇ ਵਿੱਚ ਤੇਰਾ ਜਨਮ ਡੁੱਬਦਾ ਜਾ ਰਿਹਾ ਹੈ। ਇਸ ਨੂੰ ਬਚਾ ਲੈ, ਤਾਰ ਲੈ, ਤੇਰੇ ਕੋਲੇ ਸਮਾਂ ਹੈ। ਸ਼ਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਣ ਜੈਸੇ। ਕਹਿੰਦੇ ਉਸ ਸ਼ਰਨ ਵਿੱਚ ਆ ਜਾ ਜਿਹੜਾ ਦੁੱਖਾਂ ਨੂੰ ਤੋੜਨ ਵਾਲਾ ਹੈ, ਭੰਨਣ ਵਾਲਾ ਹੈ। ਪੁਰਖ ਨਿਰੰਜਨ, ਜਿਹੜਾ ਨਿਰੰਜਨ ਪੁਰਖ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ, ਜਿਹਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ, ਉਹਨੂੰ ਕਹਿੰਦੇ ਨੇ ਨਿਰੰਜਨ, ਅਕਾਲ ਪੁਰਖ ਪਰਮਾਤਮਾ। ਸਾਧੂ ਸੰਗਤ ਰਵਣ ਜੈਸੇ, ਤੇ ਇਸ ਸੰਗਤ ਦੇ ਵਿੱਚ ਆ ਕੇ ਸਿਮਰਨ ਕਰ, ਜਿਵੇਂ ਕਿਵੇਂ ਹੋ ਸਕੇ ਉਵੇਂ ਕਰ, ਤੇਰਾ ਫੇਰ ਹੀ ਉਧਾਰ ਹੋਵੇਗਾ। ਜੇਕਰ ਤੂੰ ਸਾਧ ਸੰਗਤ ਵਿੱਚ ਸਿਮਰਨ ਨਹੀਂ ਕਰਦਾ ਤਾਂ ਤੇਰਾ ਉਧਾਰ ਨਹੀਂ ਹੋਣਾ। ਇਸ ਕਰਕੇ ਸਤਿਗੁਰੂ ਕਹਿੰਦੇ ਵੀ ਉਸ ਸਾਧੂ ਸੰਗਤ ਦੇ ਵਿੱਚ ਜੁੜਿਆ ਰਹੇ। ਸਾਧੂਆਂ ਦੀ ਸੰਗਤ, ਸਾਧੂ ਕੌਣ ਹੈ? ਸੰਗਤੀ, ਜਿਹੜੇ ਸਤ ਸੰਗੀ ਜਨ ਬੈਠੇ ਨੇ ਸਾਧੂ ਨੇ। ਇਹਨਾਂ ਨੂੰ ਸੰਤ ਵੀ ਕਿਹਾ, ਇਹਨਾਂ ਨੂੰ ਬ੍ਰਹਮ ਗਿਆਨੀ ਵੀ ਕਿਹਾ, ਜਿਹੜੇ ਸੰਗਤ ਕਰਦੇ ਨੇ। ਕੋਈ ਵੱਖਰਾ ਨਹੀਂ ਵੀ ਕੋਈ ਵੱਖਰਾ ਵੀ ਠੀਕ ਹੈ, ਕੋਈ ਵੱਖਰਾ ਬਣ ਗਿਆ, ਬਹਿ ਗਿਆ, ਆਸ਼ੀਰਵਾਦ ਦੇਣ ਲੱਗ ਗਿਆ, ਬ੍ਰਹਮ ਗਿਆਨੀ ਬਣ ਗਿਆ, ਨਹੀਂ। ਗੁਰੂ ਪਾਤਸ਼ਾਹ ਜੀ ਕਹਿੰਦੇ ਸੰਗਤ ਹੀ ਬ੍ਰਹਮ ਗਿਆਨੀ ਹੈ, ਜਿਹੜੀ ਪਰਮਾਤਮਾ ਦੇ ਨਾਲ ਗੱਲਾਂ ਕਰਦੀ ਹੈ, ਜਿਹੜੀ ਨਾਨਕ ਦੇ ਨਾਲ ਇੱਕਮਿਕ ਹੋ ਕੇ ਗੱਲਾਂ ਕਰਦੀ ਹੈ, ਨਾਨਕ ਨੂੰ ਪੁੱਛਦੀ ਹੈ, ਉਹ ਬ੍ਰਹਮ ਗਿਆਨੀ ਹੋ ਗਿਆ ਨਾ। ਜਿਹੜਾ ਬ੍ਰਹਮ ਗਿਆਨ ਦੇ ਬਾਰੇ ਗਿਆਨ ਲੈਣਾ ਚਾਹੁੰਦਾ, ਬ੍ਰਹਮ ਗਿਆਨੀ ਹੋ ਗਿਆ ਨਾ। ਸਾਧੂ ਹੋ ਗਿਆ ਉਹ ਜਿਹੜਾ ਜੁੜਨਾ ਚਾਹੁੰਦਾ। ਸੰਤ ਹੈ ਉਹ ਜਿਹਦੇ ਅੰਦਰ ਚੰਗੇ ਗੁਣ ਆ ਗਏ, ਉਹ ਸੰਤ ਹੈ। ਤੇ ਅੱਗੇ ਪਾਤਸ਼ਾਹ ਜੀ ਕਹਿੰਦੇ ਕੇਸਵ ਕਲੇਸ਼ ਨਾਸ ਅਗ ਖੰਡਨ ਨਾਨਕ ਜੀਵਤ ਦਰਸ ਦਿਸੇ। ਕਹਿੰਦੇ ਹੇ ਨਾਨਕ, ਉਹ ਅਕਾਲ ਪੁਰਖ ਪਰਮਾਤਮਾ ਜੀ ਸੋਹਣੇ ਕੇਸਾਂ ਵਾਲਾ ਹੈ। ਹੇ ਕੇਸਵ, ਤੂੰ ਕਲੇਸ਼ਾਂ ਦਾ ਨਾਸ਼ ਕਰਨ ਵਾਲਾ ਹੈ, ਪਾਪਾਂ ਨੂੰ ਦੂਰ ਕਰਨ ਵਾਲਾ ਹੈ। ਨਾਨਕ ਤੇਰਾ ਦਾਸ ਹੈ, ਇਸ ਕਰਕੇ ਤੇਰੀ ਸ਼ਰਨ ਵਿੱਚ ਹੈ। ਤੇਰੇ ਦਰਸ਼ਨਾਂ ਦੇ ਨਾਲ ਹੀ ਸੋਹਣਾ ਸੁਚੱਜਾ ਜੀਵਨ ਮੈਨੂੰ ਮਿਲ ਪੈਂਦਾ ਹੈ। ਫੇਰ ਹੀ ਸਤਿਗੁਰੂ ਕਿਰਪਾ ਕਰਨਗੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਸਤਿਗੁਰੂ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਦਰ